ਰੈੱਡ ਕਾਰਨਰ ਜਿਹੜਾ ਨੋਟਿਸ ਹੈ ਉਹ ਇਸ਼ੂ CBI ਦੀ ਰਿਕੁਐਸਟ ਤੇ ਜਿਹੜਾ ਕੀਤਾ ਗਿਆ, ਜਿਹੜਾ ਆਲ ਓਵਰ ਵਰਲਡ ਦੇ ਵਿੱਚ ਸਰਕੂਲੇਟ ਹੋਇਆ, ਤਦੇ ਇਹਨੂੰ ਅਰੈਸਟ ਕੀਤਾ ਗਿਆ। ਜੇ ਕਿਸੇ ਬੰਦੇ ਨੇ ਅਜ਼ਾਈਲਮ ਸੀਕ ਕਰਨਾ, ਚਾਹੇ ਉਹ ਪੋਲੀਟੀਕਲ ਅਜ਼ਾਈਲਮ, ਉਹਨੂੰ ਉੱਥੇ ਜਾਣ ਵਾਸਤੇ ਵੀਜ਼ਾ ਲੈਣ ਦੀ ਲੋੜ ਨਹੀਂ ਗੀ। ਉਹ ਬੰਦਾ ਟੱਪ ਜੇ ਕੰਧ, ਉਹ ਬੰਦਾ ਸਮੁੰਦਰ ਚੋਂ, ਉਹਨੇ ਉੱਥੇ ਪਹੁੰਚਣਾ। ਉੱਥੇ ਜਾ ਕੇ ਉਹਨੇ ਕਹਿਣਾ ਜੀ ਮੈਨੂੰ ਤਾਂ ਮੇਰੇ ਕੰਟਰੀ 'ਚ ਖਤਰਾ, ਮੈਨੂੰ ਪੰਜਾਬੀ ਨੂੰ ਇੰਟਰਨੈਸ਼ਨਲ ਲੈਵਲ ਤੇ ਸਰਚ ਕਰਨ ਲਾ ਦਿੱਤਾ ਹੋਵੇ ਔਰ ਉਹਦੇ ਕੱਦ ਨੂੰ ਦੱਸਣ ਦੀ ਲੋੜ ਨਹੀਂ। ਅੱਜ ਐਵੀਡੈਂਸ ਦੇ ਬੇਸ ਤੇ ਉਹਨੂੰ ਲੈ ਕੇ ਆਉਣਾ, ਉਹ ਤਾਂ ਇਨਵੈਸਟੀਗੇਸ਼ਨ ਏਜੰਸੀ ਲੈ ਕੇ ਆਊਗੀ ਨਾ। ਇਨਵੈਸਟੀਗੇਸ਼ਨ ਏਜੰਸੀ ਪੰਜਾਬ ਪੁਲਿਸ ਹੈ, ਇਨਵੈਸਟੀਗੇਟ ਕਰ ਰਹੀ ਹੈ। ਇਹਨੂੰ ਬੜਾ ਮਿਨਿਊਟਲੀ ਤਿਆਰ ਕਰਕੇ ਉਹ ਪਲੰਦਾ ਦੇਣਾ ਪਊਗਾ ਸੈਂਟਰਲ ਗਵਰਨਮੈਂਟ ਨੂੰ, ਫੋਰਨ ਅਫੇਅਰ ਨੂੰ, ਮਿਨਿਸਟਰੀ ਆਫ, ਤੇ ਉਹ ਅੱਗੇ ਐਕਸਟ੍ਰੈਡੀਸ਼ਨ ਲਈ ਰਿਕੁਐਸਟ ਕਰਨ। ਸਤਿ ਸ਼੍ਰੀ ਅਕਾਲ। ਸਤਿੰਦਰਜੀਤ ਸਤਿੰਦਰਜੀਤ, ਇਹ ਰੈੱਡ ਕਾਰਨਰ ਨੋਟਿਸ ਜਿਹੜਾ ਆਪਾਂ ਆਮ ਤੌਰ ਤੇ ਦੇਖਦੇ ਹਾਂ ਵੱਡੇ ਵੱਡੇ ਅਪਰਾਧੀਆਂ ਦਾ ਨਿਕਲਦਾ, ਤੇ ਪੰਜਾਬ ਦੇ ਵਿੱਚੋਂ ਜਿਹੜੇ ਇਹ ਚ ਕਹੀਏ ਹੈ ਤਾਂ ਖੈਰ ਜਿਵੇਂ ਕਹਿੰਦੇ ਹੁੰਦੇ ਆ ਮਾੜੇ ਕੰਮ 'ਚ ਹੀ, ਪਰ ਇਹ ਮਹਾਰਥ ਗੋਲਡੀ ਬਰਾੜ ਨੇ ਹਾਸਲ ਕਰੀ ਹੈ। ਇਹ ਨੋਟਿਸ ਨਿਕਲਿਆ ਤੇ ਉਸ ਤੋਂ ਬਾਅਦ ਹੁਣ ਇਹ ਗੱਲਾਂ ਕਿਉਂ ਹੋਣ ਲੱਗ ਗਈਆਂ ਨੇ? ਕਿਉਂਕਿ ਜਦੋਂ ਖਬਰ ਆਉਂਦੀ ਹੈ ਵੀ ਡਿਟੇਨ ਕੀਤਾ ਹੋਇਆ USA ਦੇ ਵਿੱਚ, ਗੋਲਡੀ ਬਰਾੜ ਨੂੰ ਖੁਦ ਪੋਸਟ ਪਾ ਕੇ ਕਹਿ ਦਿੰਦਾ ਮੈਨੂੰ ਕੀਤਾ ਵੀ ਨਹੀਂ ਹੋਇਆ। ਪਰ ਜਦੋਂ ਮੁੱਖ ਮੰਤਰੀ ਕਹਿੰਦੇ ਨੇ, ਮੁੱਖ ਮੰਤਰੀ ਇਹ ਗੱਲ ਕਹਿੰਦੇ ਨੇ ਕਿ ਉਹਨੂੰ ਲੈ ਕੇ ਆਵਾਂਗੇ ਤੇ ਕਿਸੇ ਕੀਮਤ ਤੇ ਛੱਡਾਂਗੇ ਨਹੀਂ, ਕਿਉਂਕਿ ਸਿੱਧੂ ਮੂਸੇਵਾਲਾ ਮਰਡਰ ਕੇਸ ਦੀ ਗੱਲ ਹੋਵੇ, ਚਾਹੇ ਗੱਲ ਹੋਵੇ ਦੂਜੇ ਪਾਸੇ ਦੇਖੀਏ ਡੇਰਾ ਪ੍ਰੇਮੀ ਦੀ, ਦੋਨਾਂ ਦੇ ਵਿੱਚ ਜ਼ਿੰਮੇਵਾਰੀ ਰਹਿੰਦਾ। ਗੋਲਡੀ ਬਰਾੜ ਲਗਾਤਾਰ ਧਮਕੀਆਂ ਦਿੰਦਾ ਹੈ ਤੇ ਉਦੋਂ ਬਾਅਦ ਦੇ ਵਿੱਚ ਪੇਚ ਨਾ ਕਿਤੇ ਕੋਈ ਫਸ ਜੇ, ਇਸ ਚੀਜ਼ ਨੂੰ ਲੈ ਕੇ ਲਗਾਤਾਰ ਅਸੀਂ ਚਰਚਾ ਕਰ ਰਹੇ ਹਾਂ। ਕਈ ਵਕੀਲਾਂ ਦੇ ਨਾਲ ਗੱਲਬਾਤ ਕਰੀ ਹੈ ਤੇ ਅੱਜ ਵੀ ਇਸੇ ਸਿਲਸਿਲੇ ਨੂੰ ਲੈ ਕੇ, ਕਿਉਂਕਿ ਸਾਡੀ ਵੀ ਕੋਸ਼ਿਸ਼ ਇਹ ਹੈ ਵੀ ਗੋਲਡੀ ਬਰਾੜ ਨੂੰ ਜੇ ਪੁਲਿਸ ਲਿਆਉਣਾ ਚਾਹੁੰਦੀ ਹੈ ਤਾਂ ਕੋਈ ਦਾਅ ਵਿੱਚ ਬਚੇ ਨਾ। ਪਰ ਚੁਣੌਤੀਆਂ ਕਿੰਨੀਆਂ ਵੱਡੀਆਂ ਨੇ ਇਹ ਵੀ ਜੇ ਕਹੀਏ ਅੱਖੋਂ ਪਰੋਖੇ ਨਹੀਂ ਕੀਤੀਆਂ ਜਾ ਸਕਦੀਆਂ। ਸਾਡੇ ਨਾਲ ਐਡਵੋਕੇਟ ਹੈਗੇ ਨੇ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਡੇ ਐਡਵੋਕੇਟ ਨੇਗੇ ਚੰਨਪਾਲ ਬਾਗੜੀ ਜੀ, ਉਹਨਾਂ ਨਾਲ ਗੱਲ ਕਰਾਂਗੇ। ਬਾਗੜੀ ਸਾਹਿਬ, ਦੇਖੀਏ ਬਹੁਤ ਖੁਸ਼ੀ ਹੋਈ ਕਿ ਆਖਰ ਡਿਟੇਨ ਕਰ ਲਿਆ। ਦੁੱਖ ਹੈ ਬਹੁਤ ਜ਼ਿਆਦਾ ਸਿੱਧੂ ਮੂਸੇਵਾਲੇ ਦੇ ਕਤਲ ਦਾ, ਪਰ ਗੱਲ ਇਹ ਹੈ ਵੀ ਲੋਕ ਹੁਣ ਇਹ ਵੀ ਕਹੀ ਜਾਂਦੇ ਨੇ, ਕਹਿੰਦੇ ਪੱਤਰਕਾਰ ਲੱਗੇ ਪਏ ਨੇ, ਲਗਾਤਾਰ ਵਕੀਲ ਸਮਝਾਉਣ ਲੱਗੇ ਪਏ ਨੇ ਵੀ ਇਹ ਚੀਜ਼ਾਂ ਜੇ ਹੋ ਗਈਆਂ ਤਾਂ ਗੋਲਡੀ ਬਰਾੜ ਫਾਇਦਾ ਨਾ ਚੱਕ ਜੇ। ਫੈਕਟ ਹੈਗੇ ਨੇ ਇਸ ਚੀਜ਼ਾਂ ਦੇ ਕਿ ਆਖਰਕਾਰ ਜ਼ਿਆਦਾਤਰ ਚੁਣੌਤੀ ਬਹੁਤ ਵੱਡੀ ਹੈ ਪੰਜਾਬ ਪੁਲਿਸ ਵਾਸਤੇ, ਐਡਾ ਸੌਖਾ ਨਹੀਂ ਹੈਗਾ। ਜਾਂ ਕਹੀਏ ਕਿ ਸਾਡੇ ਜਿਹੜੇ ਮਿਨਿਸਟਰੀ ਆਫ ਹੋਮ ਅਫੇਅਰ ਹੈ ਉਹਨਾਂ ਵਾਸਤੇ ਐਡਾ ਸੌਖਾ ਨਹੀਂ ਹੈਗਾ ਵੀ ਗੋਲਡੀ ਬਰਾੜ ਨੂੰ ਉੱਥੋਂ ਬਸ ਆਪਾਂ ਗਏ ਤੇ ਚੱਕ ਲਏ। ਯੈਸ, ਦਿਸ ਇਜ਼ ਐਬਸੋਲੂਟਲੀ ਰਾਈਟ, ਇਟਸ ਨਾਟ ਸੋ ਈਜ਼ੀ। ਦੇਖੋ, ਇਹਦੇ 'ਚ ਦੋ ਜਿਹੜੇ ਇੰਟਰਨੈਸ਼ਨਲ ਲਾਅ ਗਵਰਨ ਕਰ ਰਹੇ ਨੇ ਇਸ ਪ੍ਰੋਪੋਜੀਸ਼ਨ ਨੂੰ, ਇੱਕ ਤਾਂ ਉਹਦਾ ਰਾਈਟ ਟੂ ਅਜ਼ਾਈਲਮ ਤੇ ਦੂਜਾ ਐਕਸਟ੍ਰੈਡੀਸ਼ਨ। ਐਕਸਟ੍ਰੈਡੀਸ਼ਨ ਨੂੰ ਤੇ ਡਿਪੋਰਟ ਦੋਨੋਂ ਡਿਫਰੈਂਟ ਵਰਡਸ ਨੇ। ਡਿਪੋਰਟ ਕਰਨਾ ਕਿਸ ਸਰਕਮਸਟੈਂਸਸ 'ਚ ਹੁੰਦਾ ਹੈ ਉਹ ਅਲੱਗ ਪਹਿਲੂ ਹੈ, ਤੇ ਐਕਸਟ੍ਰੈਡੀਸ਼ਨ 'ਚ ਲੈ ਕੇ ਆਉਣਾ ਉਹ ਤਾਂ ਬਹੁਤ ਟੈਕਨੀਕਲ ਹੈ। ਹੁਣ ਤੱਕ ਤੁਸੀਂ, ਮੈਂ ਲੇਟੈਸਟਲੀ ਤੁਹਾਨੂੰ ਦੱਸਦਾ, ਹਾਂ ਬਹੁਤ ਲੋਕ ਮੈਕਸੀਮਮ ਇਹ ਚਾਹੁੰਦੇ ਆ ਵੀ ਉਹਨੂੰ ਚੁੱਕ ਕੇ ਇੱਥੇ ਆ ਜੇ, ਪਰ ਜਿਹੜੀ ਇੰਟਰਨੈਸ਼ਨਲ ਬਾਰ ਹੈ, ਜਿਹੜੀ ਇੰਟਰਨੈਸ਼ਨਲ ਜੁਰਿਸਡਿਕਸ਼ਨ ਜਾਂ ਲਾਅ ਗਵਰਨ ਕਰਦਾ ਹੈ, ਜਿਹਦੇ ਵਿੱਚ ਡਿਪਲੋਮੈਟਿਕ ਰਿਲੇਸ਼ਨ ਸਾਡੇ ਕੰਟਰੀ ਦੇ ਡਿਪੈਂਡ ਕਰਦੇ ਨੇ, ਉਹਨਾਂ ਨੂੰ ਤਾਂ ਫੋਲੋ ਕਰਨਾ ਪਊਗਾ। ਕਿਉਂਕਿ ਜਿੱਥੋਂ ਤੱਕ ਜਿਹੜੀ ਅਰੈਸਟ ਹੋਈ ਹੈ ਉਹ ਕੈਲੀਫੋਰਨੀਆ ਪੁਲਿਸ ਨੇ ਕੀਤੀ ਹੈ, ਦੈਟ ਇਜ਼ ਇਨ USA। ਔਰ USA ਦੇ ਵਿੱਚ ਤਾਂ ਕਿੰਨੇ ਲੋਕਾਂ ਨੂੰ ਅਜ਼ਾਈਲਮ ਦਿੱਤਾ, ਕਿਉਂਕਿ ਉੱਥੇ ਡੈਥ ਪੈਨਲਟੀ ਦਾ ਜਿਹੜਾ ਕੈਪੀਟਲ ਪਨਿਸ਼ਮੈਂਟ ਕਹਿੰਦੇ ਆ, ਜਿਹੜੀ ਮੌਤ ਦੀ ਸਜ਼ਾ, ਉਹਦੇ ਬੜੀ ਅਗੇਂਸਟ ਨੇ ਕੰਟਰੀ। ਜਿੰਨੇ ਵੀ ਇੰਟਰਨੈਸ਼ਨਲ ਕੰਟਰੀ ਨੇ, USA ਦੇ ਵਿੱਚ ਤਾਂ ਕੈਪੀਟਲ ਪਨਿਸ਼ਮੈਂਟ ਦਾ ਕੋਈ ਹੈ ਹੀ ਨਹੀਂ ਨਾ ਪ੍ਰਾਵਧਾਨ। ਔਰ ਜਿਹੜਾ ਇਹ ਬੰਦੇ ਨੂੰ ਆਪਾਂ ਐਕਸਟ੍ਰਾਡਾਈਟ ਕਰਾਉਣਾ ਚਾਹੁੰਦੇ ਆ, ਇਹ 302 ਡਿਫਾਈਨ ਕੈਪੀਟਲ ਪਨਿਸ਼ਮੈਂਟ ਕਰਦਾ, ਤੇ ਚਾਹੁੰਦੇ ਸਾਰੇ ਜਿੱਥੇ ਤੱਕ ਜਿਹੜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਨੇ, ਚਾਹੇ ਪੰਜਾਬ 'ਚ ਨੇ ਪੰਜਾਬ ਤੋਂ ਬਾਹਰ ਨੇ, ਉਹ ਸਾਰੇ ਚਾਹੁੰਦੇ ਨੇ, ਕਿਉਂਕਿ ਇਹਨੇ ਓਪਨਲੀ ਇਹ ਗੱਲ ਐਡਮਿਟ ਕੀਤੀ ਸੀ ਕਿ ਇਹਨੂੰ ਮਰਾਉਣ ਵਾਲਾ ਮੈਂ ਆ। ਔਰ ਜਿੱਥੋਂ ਤੱਕ ਇਨਵੈਸਟੀਗੇਸ਼ਨ ਵੀ ਆਈ ਹੈ, ਉੱਥੇ ਵੀ ਇਹ ਬਹੁਤ ਤੱਥ ਸਾਹਮਣੇ ਹੋਏ ਨੇ ਦੈਟ ਹੀ ਇਜ਼ ਦੀ ਪਰਸਨ ਬਿਹਾਈਂਡ ਦੀ ਮਰਡਰ ਆਫ ਦੀ ਫੇਮਸ, ਵਰਲਡ ਵਾਈਡ ਫੇਮਸ ਸਿੰਗਰ ਸਿੱਧੂ ਮੂਸੇਵਾਲਾ। ਜਿਹੜਾ ਕਿ ਦੁੱਖ ਵੀ ਬਹੁਤ ਹੁੰਦਾ ਕਿ ਪੰਜਾਬੀਅਤ ਨੂੰ ਐਡੀ ਉੱਚੀ ਤੇ ਪੇਂਡੂ ਕਲਚਰ ਨੂੰ ਐਡੇ ਉੱਚੀ ਮੁਕਾਮ ਤੱਕ ਵਰਲਡ ਵਾਈਡ ਪਹੁੰਚਾਉਣ ਵਾਲੇ ਬੰਦੇ ਨੂੰ ਏਦਾਂ ਦਿਨ ਦਿਹਾੜੇ ਮਾਰ ਦਿੱਤਾ ਜਾਵੇ, ਦੁੱਖ ਬਹੁਤ ਹੈ। ਤੇ ਯੈਸ, ਪਰ ਇਹਦੇ 'ਚ ਦੇਖੀਏ ਕਿ ਸਿੰਘ ਸਤਿੰਦਰਜੀਤ ਦਾ ਇਹ ਰੈੱਡ ਕਾਰਨਰ ਨੋਟਿਸ ਹੈ, ਗੋਲਡੀ ਬਰਾੜ ਜ਼ਿੰਮੇਵਾਰੀ ਲੈਂਦਾ। ਪਹਿਲਾਂ ਇਹ ਕਿੱਡੀ ਕੁ ਵੱਡੀ ਚੁਣੌਤੀ ਹੈ ਵੀ ਇਹੀ ਸਿੰਘ ਸਤਿੰਦਰਜੀਤ ਹੈ ਜਿਹੜਾ ਇਹ ਗੋਲਡੀ ਬਰਾੜ ਹੈਗਾ, ਇਹ ਚੀਜ਼ ਨੂੰ ਵੀ ਕਲੀਅਰ ਕਰਨਾ ਪਊਗਾ। ਉੱਥੇ ਪੁੱਛਣਗੇ ਵੀ ਭਾਈ ਇਹ ਉਹੀ ਗੋਲਡੀ ਬਰਾੜ ਹੈ? ਨਹੀਂ, ਉਹ ਸਾਰਾ ਕੁਝ ਹੋਇਆ ਤਦੇ ਉਹਨੂੰ ਅਰੈਸਟ ਕੀਤਾ ਗਿਆ ਨਾ। ਇਹ ਇਸ਼ੂ ਜਿਹੜਾ ਪ੍ਰੋਪੋਜੀਸ਼ਨ ਹੈ, ਇਹ ਕਾਗਜ਼ਾਂ 'ਚ ਕੀ ਹੈ, ਨਿਕਨੇਮ ਕੀ ਹੈ, ਕਿਸ ਚੀਜ਼ ਦੇ ਨਾਲ ਮਸ਼ਹੂਰ ਹੁੰਦਾ ਹੈ, ਇਹ ਡਿਸਪਿਊਟਡ ਪ੍ਰੋਪੋਜੀਸ਼ਨ ਨਹੀਂ ਹੈਗੀ। ਡਿਸਪਿਊਟਡ ਪ੍ਰੋਪੋਜੀਸ਼ਨ ਹੈ। ਦੇਖੋ, ਜਿਹੜਾ ਇੰਟਰਪੋਲ ਹੈ, ਜਿੱਦਾਂ ਹੁਣ
ਹਰ ਦੇਸ਼ ਦੀ ਇੱਕ ਪੁਲਿਸ ਏਜੰਸੀ ਹੈ ਜਿਹੜੀ ਉਹਦਾ ਮੈਂਬਰ ਹੈ, ਜਿਵੇਂ ਸੀਬੀਆਈ ਹੈ। ਪੰਜਾਬ ਪੁਲਿਸ ਨੇ ਇਸ ਇਨਸੀਡੈਂਟ ਹੋਣ ਤੋਂ ਬਾਅਦ, ਕਿਉਂਕਿ ਇਹਦੇ ਤੇ ਹੋਰ ਐਫਆਈਆਰਸ ਦੇ ਵਿੱਚ ਵੀ ਇਨਵੋਲਵ ਹੈ, ਰੈੱਡ ਕਾਰਨਰ ਜਿਹੜਾ ਨੋਟਿਸ ਹੈ ਉਹ ਇਸ਼ੂ ਸੀਬੀਆਈ ਦੀ ਰਿਕੁਐਸਟ ਤੇ ਜਿਹੜਾ ਕੀਤਾ ਗਿਆ, ਜਿਹੜਾ ਆਲ ਓਵਰ ਵਰਲਡ ਦੇ ਵਿੱਚ ਸਰਕੂਲੇਟ ਹੋਇਆ, ਤਦ ਇਹਨੂੰ ਅਰੈਸਟ ਕੀਤਾ ਗਿਆ। ਹੁਣ ਇਹਨੂੰ ਅਰੈਸਟ ਹੋਣ ਤੋਂ ਬਾਅਦ ਜਿਹੜੀ ਐਕਸਟ੍ਰਾਡੀਸ਼ਨ ਦੀ ਪ੍ਰੋਪੋਜੀਸ਼ਨ ਸਟਾਰਟ ਹੁੰਦੀ ਹੈ, ਉਹ ਹੁੰਦੀ ਹੈ ਉਨੀ ਦੇਰ ਨਹੀਂ ਹੁੰਦੀ ਜਿੰਨੀ ਦੇਰ ਤੱਕ ਚਾਰਜ ਸ਼ੀਟ ਫਾਈਲ ਨਾ ਹੋਵੇ। ਐਫਆਈਆਰ ਹੋਣ ਦੇ ਨਾਲ ਨਾਲ ਕੱਲ ਦੀ ਐਕਸਟ੍ਰਾਡੀਸ਼ਨ ਨਹੀਂ ਕਲੇਮ ਕੀਤੀ ਜਾ ਸਕਦੀ। ਐਜ਼ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਚਾਰਜ ਸ਼ੀਟ ਫਾਈਲ ਹੋ ਗਈ ਹੈ, ਤੇ ਉਸ ਤੋਂ ਬਾਅਦ ਐਕਸਟ੍ਰਾਡੀਸ਼ਨ ਦਾ ਪ੍ਰੋਸੈਸ ਕੀ ਹੈ, ਗਵਰਨਮੈਂਟ ਨੇ ਕਰਨਾ ਹੈ। ਇਹ ਪ੍ਰੈਰੋਗੇਟਿਵ ਜਿਹੜਾ ਸੈਂਟਰਲ ਗਵਰਨਮੈਂਟ ਦੇ ਡੋਮੇਨ ਦੇ ਵਿੱਚ ਆਉਂਦਾ, ਮਿਨਿਸਟਰੀ ਆਫ ਫੋਰਨ ਅਫੇਅਰ, ਪੰਜਾਬ ਗਵਰਨਮੈਂਟ ਪੂਰੇ ਤੱਥ ਪੇਸ਼ ਕਰੂਗੀ ਕਿ ਇਹ ਡੈਫੀਨੇਸ਼ਨ ਚ ਫਿੱਟ ਹੁੰਦਾ ਐਕਸਟ੍ਰਾਡੀਸ਼ਨ ਦੇ ਵਿੱਚ। ਮੈਂ ਇੱਕ ਗੱਲ ਜਿਹੜੀ ਇੰਟਰਨੈਸ਼ਨਲ ਲਾਅ ਦੇ ਬਿਹਾਫ ਤੇ ਕਲੀਅਰ ਕਰ ਦੇਣੀ ਚਾਹੁੰਦਾ, ਸਾਡੀ 42 ਕੰਟਰੀਜ਼ ਦੇ ਨਾਲ, ਇੰਡੀਆ ਦੀ 42 ਕੰਟਰੀਜ਼ ਦੇ ਨਾਲ ਐਕਸਟ੍ਰਾਡੀਸ਼ਨ ਟ੍ਰੀਟੀ ਹੈ, ਜਿਹਦੇ ਵਿੱਚ ਯੂਐਸਏ ਵੀ ਇੱਕ ਹੈਗਾ। 25 ਜੂਨ 1997 ਨੂੰ ਜਿਹੜੀ ਸਾਡੀ ਐਕਸਟ੍ਰਾਡੀਸ਼ਨ ਟ੍ਰੀਟੀ ਯੂਐਸਏ ਦੇ ਨਾਲ ਆ, ਵੀ ਅਸੀਂ ਕੋਈ ਰਿਕੁਐਸਟ ਕਰਾਂਗੇ ਤਾਂ ਯੂਐਸਏ ਸਾਨੂੰ ਉਹ ਭੇਜੂਗਾ ਉਸ ਬੰਦੇ ਨੂੰ, ਅਪਰਾਧੀ ਹੈ ਉੱਥੇ ਜਿਹੜਾ ਕੋਈ ਅਪਰਾਧੀ ਹੈ। ਜਿਵੇਂ ਤੁਸੀਂ ਗੋਲਡੀ ਬਰਾੜ ਦੀ ਗੱਲ ਕਰ ਰਹੇ ਹੋ, ਜਿਹਦੇ ਤੇ ਸਪੈਸੀਫਿਕ ਐਫਆਈਆਰ ਹੈ, ਉਹਦੀਆਂ ਐਡਮਿਸ਼ਨਸ ਨੇ, ਐਵੀਡੈਂਸ ਵੀ ਕਲੈਕਟ ਕੀਤਾ ਏਜੰਸੀ ਨੇ, ਉਸ ਤੋਂ ਬਾਅਦ ਹੀ ਉਹਨੂੰ ਨਾਮਜ਼ਦ ਹੁੰਦਾ ਨਾ, ਤੇ ਉਹਦੀ ਰਿਕੁਆਇਰਮੈਂਟ ਹੈ ਉਹਨੂੰ ਇੰਡੀਆ 'ਚ ਪ੍ਰੋਸੀਕਿਊਟ ਕਰਨ ਵਾਸਤੇ। ਜਿਹੜੇ ਉਹਦੇ ਰਾਈਟ ਨੇ ਇੱਕ ਇੰਟਰਨੈਸ਼ਨਲ ਲਾਅ ਦੇ ਵਿੱਚ, ਜਿਵੇਂ ਮਤਲਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਵੇਂ ਇੱਕ ਰੇਸ, ਰਿਲੀਜਨ, ਨੈਸ਼ਨੈਲਿਟੀ, ਮੈਂਬਰਸ਼ਿਪ ਆਫ ਅ ਪਾਰਟੀਕੂਲਰ ਸੋਸ਼ਲ ਗਰੁੱਪ ਦਾ ਇੱਕ ਡਿਫੈਂਸ ਹੈ ਉਹਦੇ ਕੋਲ, ਕਿਉਂਕਿ ਅਜ਼ਾਈਲਮ ਸੀਕ ਕਰਦਾ ਜਦੋਂ ਉਹਨੂੰ ਉਦੋਂ ਸਿਟੀਜ਼ਨਸ਼ਿਪ ਮਿਲ ਸਕਦੀ ਹੈ। ਇੱਕ ਉਹਦਾ ਰਾਈਟ ਬਣਦਾ ਅਜ਼ਾਈਲਮ ਲੈਣ ਦਾ, ਇੱਕ ਐਕਸਟ੍ਰਾਡੀਸ਼ਨ ਅਸੀਂ ਕਲੇਮ ਕਰ ਰਹੇ ਹਾਂ। ਜਿਹੜੀ ਉਹਦਾ ਰਾਈਟ ਉੱਥੋਂ ਮਤਲਬ ਰੋਕਣ ਦਾ ਕਿ ਮੈਂ ਇੱਥੇ ਨਾ ਮੈਨੂੰ ਐਕਸਟ੍ਰਾਡਾਈਟ ਕੀਤਾ ਜਾਵੇ, ਨੌਨ ਰਿਫੋਲਮੈਂਟ ਜਿਹੜਾ ਹੈ, ਉਹ ਫੰਡਾਮੈਂਟਲ ਪ੍ਰਿੰਸੀਪਲ ਹੈ ਇੰਟਰਨੈਸ਼ਨਲ ਲਾਅ ਦਾ। ਜਿਹੜੇ ਬੰਦੇ ਨੇ ਇਹ ਉਸ ਕੰਟਰੀ 'ਚ ਪ੍ਰੂਵ ਕਰਤਾ, ਜਿਵੇਂ ਵਿਜੇ ਮਾਲਿਆ ਤੇ ਨੀਰਵ ਮੋਦੀ ਤੇ ਮੈਂ ਬਾਅਦ ਚ ਆਉਣਾ, ਉਹਦੀ ਵੀ ਐਕਸਟ੍ਰਾਡੀਸ਼ਨ ਇੰਡੀਆ ਨੇ ਸੌਟ ਕੀਤੀ ਹੈ। ਛੋਟਾ ਜਿਹਾ ਦੱਸ ਦਿਓ ਵੀ ਇਹ ਐਡੇ ਵੱਡੇ ਕੱਦ ਦੇ ਨਾਲ ਜਾ ਕੇ ਮੈਚ ਖਾਂਦਾ ਜਾਂ ਨਾ ਲੈਣੇ ਇਹਨਾਂ ਲੋਕਾਂ ਦਾ? ਨਹੀਂ, ਇਸ਼ੂ ਕੀ ਹੈ, ਇਸ਼ੂ ਇਹ ਹੈ ਉਹ ਇਕਨੋਮਿਕ ਅਫੈਂਸ ਕੀਤਾ ਹੋਇਆ, ਇਹਨੇ ਕ੍ਰਿਮੀਨਲ ਅਫੈਂਸ ਡਾਇਰੈਕਟਲੀ ਕੀਤਾ ਦੋਨਾਂ ਨੇ ਅਫੈਂਸ ਹੈ। ਜਦੋਂ ਕੰਟਰੀ ਦੇ ਵਿੱਚ ਕਿਸੇ ਹੋਰ ਕੰਟਰੀ 'ਚ ਕੋਈ ਸ਼ੈਲਟਰ ਲੈ ਲੈਂਦਾ, ਉਹਦੇ ਵਿੱਚ ਲਾਅ ਉਹਦੇ ਗਵਰਨ ਹੋਣਗੇ ਨਾ। ਹੁਣ ਸਾਡੇ ਜੇ ਤਾਂ ਇੰਡੀਆ 'ਚ ਹੁੰਦਾ ਫਿਰ ਤਾਂ ਕੁਐਸਚਨ ਇਹ ਪ੍ਰੋਪੋਜੀਸ਼ਨ ਡਿਫਰੈਂਟ ਸੀ। ਜਿਹੜਾ ਹੁਣ ਇੰਟਰਨੈਸ਼ਨਲ ਲਾਅ ਦੀ ਡੋਮੇਨ 'ਚ ਆ ਗਿਆ, ਫੋਲੋ ਤਾਂ ਉਹਦੇ ਲਈ ABCD ਨਾਲ ਸੇਮ ਵੀ ਹੁੰਦਾ। ਮੈਂ ਤੁਹਾਨੂੰ ਇੱਕ ਹੋਰ ਬੜਾ ਇੰਟਰਸਟਿੰਗ ਇੰਸਟੈਂਸ ਦਿੰਦਾ ਕਿ ਜਿੱਦਾਂ ਹੁਣ ਆਪਣੀ ਇੰਡੀਆ ਦੀ ਐਮਬੈਸੀ ਹੈ, ਸਪੋਜ਼ ਪਾਕਿਸਤਾਨ 'ਚ, ਆਪਾਂ ਮਤਲਬ ਰਾਈਵਲ ਦੇ ਵਿੱਚ, ਜੇ ਕਿਸੇ ਨੈਸ਼ਨਲ ਨੇ, ਇੰਡੀਅਨ ਨੈਸ਼ਨਲ ਨੇ ਜਿਹੜਾ ਪਾਕਿਸਤਾਨ ਗਿਆ, ਕੋਈ ਅਫੈਂਸ ਕਰਤਾ ਉੱਥੇ, ਕਿਸੇ ਵੀ ਕੰਟਰੀ 'ਚ ਕਰਤਾ, ਆਈ ਐਮ ਨਾਟ ਯੂਜ਼ਿੰਗ ਪਾਕਿਸਤਾਨ, ਮੇ ਬੀ ਕਿਸੇ ਹੋਰ ਕੰਟਰੀ 'ਚ, ਸਾਡੀ ਐਮਬੈਸੀ ਹਰ ਜਗ੍ਹਾ ਹਰ ਦੇਸ਼ ਵਿੱਚ ਹੁੰਦੀ ਹੈ, ਜਾਂ ਇੰਡੀਆ ਵਿੱਚ ਕੋਈ USA ਦੀ ਐਮਬੈਸੀ ਹੈ, USA ਦੇ ਸਿਟੀਜ਼ਨ ਨੇ ਅਫੈਂਸ ਕਰਤਾ, ਔਰ ਉਹ ਦੌੜ ਕੇ ਉਸ ਜਿਹੜੀ ਐਮਬੈਸੀ ਆ ਉਹਦੇ ਵਿੱਚ ਐਂਟਰ ਕਰ ਗਿਆ, ਉਹਦੇ ਵਿੱਚ ਪੁਲਿਸ ਜਾ ਕੇ ਆਪਣੀ ਅਰੈਸਟ ਨਹੀਂ ਕਰ ਸਕਦੀ ਉਹ ਬੰਦੇ ਨੂੰ, ਚਾਹੇ ਉਹ ਇੰਡੀਆ ਦੇ ਵਿੱਚ ਹੈ। ਅੱਛਾ, ਮੈਂ ਤੁਹਾਨੂੰ ਇਹ ਕਲੀਅਰ ਕਰਨ ਵਾਸਤੇ ਦਰਸ਼ਕਾਂ ਨੂੰ ਇਹ ਗੱਲ ਦੱਸਦਾ, ਉਹ ਤਾਂ ਹੁਣ ਚਲਾ ਹੀ ਗਿਆ ਡਿਫਰੈਂਟ ਕੰਟਰੀ 'ਚ ਨਾ। ਮੈਂ ਇਹਦੇ ਪਿੱਛੇ ਦੀ ਵੀ ਕਹਾਣੀ ਹੋਊਗੀ, ਤਾਂ ਜੋ ਕਿ ਉਹ ਕੋਈ ਬੇਟਾ ਨਹੀਂ ਗਿਆ। ਯੈਸ ਆਈ ਐਮ ਮੇ ਬੀ, ਕਿਉਂਕਿ ਉਹਨੇ ਕਿੰਨੇ ਬੰਦਿਆਂ ਤੋਂ ਕੀ ਸਲਾਹ ਲਈ ਹੈ, ਕੀ ਉਹਨੂੰ ਸਲਾਹ ਦੇਣ ਵਾਲਾ ਬੰਦਾ ਹੈਗਾ, ਕਿਉਂਕਿ ਕੁਝ ਦਿਨ ਪਹਿਲਾਂ ਉਹਨੇ ਆ ਡੇਰਾ ਸੱਚਾ ਸੌਦਾ ਵਾਲੇ ਦਾ ਵੀ ਜ਼ਿੰਮੇਵਾਰੀ ਲਈ ਹੈ ਮਾਰ ਕੇ। ਔਰ ਜਿਹੜਾ ਮੈਂ ਤੁਹਾਨੂੰ ਦੱਸਿਆ ਜਿਹੜੇ ਗਰਾਊਂਡਸ ਉਹ ਲੈ ਸਕਦਾ, ਕੀ ਉਹ ਗਰਾਊਂਡ ਪੂਰੇ ਕਰ ਰਿਹਾ ਕਿ ਮੈਨੂੰ ਕੀ ਪ੍ਰੂਵ ਕਰਨਾ ਚਾਹੁੰਦਾ ਜਿਹੜਾ ਬੰਦੇ ਨੂੰ ਆਪਾਂ ਐਕਸਟ੍ਰਾਡਾਈਟ ਕਰਾਉਣਾ, ਜੇ ਉਹ ਇਹ ਪ੍ਰੂਵ ਕਰਦੇ ਕਿ ਇੰਡੀਆ ਦੇ ਵਿੱਚ ਮੈਨੂੰ ਰੇਸ, ਰਿਲੀਜਨ, ਮੈਂਬਰਸ਼ਿਪ ਆਫ ਪਾਰਟੀਕੂਲਰ ਸੈਕਟ ਦੇ ਹੋਣ ਦੇ ਕਾਰਨ ਮੇਰਾ ਉੱਥੇ 3rd ਡਿਗਰੀ ਟਾਰਚਰ ਹੋ ਸਕਦਾ ਹੈ, ਮੇਰਾ ਫੇਅਰ ਟ੍ਰਾਇਲ ਨਹੀਂ ਹੋਊਗਾ, ਮੈਨੂੰ ਆਹ ਚੀਜ਼ਾਂ ਦਾ ਉੱਥੇ ਖਤਰਾ ਹੈ, ਕੈਪੀਟਲ ਪਨਿਸ਼ਮੈਂਟ ਮੈਨੂੰ ਹੋ ਸਕਦੀ ਹੈ, ਤਾਂ ਐਕਸਟ੍ਰਾਡੀਸ਼ਨ ਹੋਣੀ ਬਹੁਤ ਘੱਟ ਚਾਂਸ ਨੇ ਐਕਸਟ੍ਰਾਡਾਈਟ ਕਰਨ ਦੇ। ਬੇਸ਼ੱਕ ਕਿੱਡੀ ਵੱਡਾ ਅਪਰਾਧੀ ਹੈ, ਐਡਾ ਜੇ ਕਿਹਾ ਜਾਵੇ ਗੋਲਡੀ ਬਰਾੜ ਦੇ ਨਾਮ ਕਿੰਨਾ ਹੀ ਸੰਗੀਨ ਜੁਰਮ ਹੈ, ਉਹ ਲੋਕ ਇਹ ਦੇਖਣਗੇ ਕਿ ਆਖਰਕਾਰ ਜੇ ਐਡਾ ਵੱਡਾ ਅਪਰਾਧੀ ਹੈ, ਇਹਦੇ ਨਾਲ ਕਿਉਂ ਐਡੀ ਅਸੀਂ ਰਹਿਤ ਵਰਤੀਏ ਵੀ ਇਹ ਆਪਦੇ ਅਧਿਕਾਰ ਦਿਖਾਉਣ ਲੱਗ ਜਾਏ। ਮੈਂ ਤੁਹਾਨੂੰ ਉਹੀ ਗੱਲ ਕਰਦਾ, ਉਹਦਾ ਹੱਕ ਜਿਹੜਾ ਉਹਦਾ ਰਾਈਟ ਹੈ, ਜਿਹੜਾ ਉਹਨੇ ਉਹ ਕ੍ਰੀਏਟ ਕਰ ਰਿਹਾ, ਉਹ ਤਾਂ ਕੱਲੇ ਉਹਨਾਂ ਨੇ ਕੰਸੀਡਰ ਕਰਨੇ ਆ। ਹੁਣ ਨੀਰਵ ਮੋਦੀ ਤੇ ਜਿਹੜਾ ਵਿਜੇ ਮਾਲੇ ਵਾਲੇ ਮੈਟਰ ਦੇ ਵਿੱਚ ਮੈਂ ਦੱਸਦਾ, ਉਹਨੇ ਇੱਕ ਕੰਟੈਂਸ਼ਨ ਲਈ ਕਿ ਇੰਡੀਆ ਦੇ ਵਿੱਚ ਸਾਨੂੰ ਲਾਈਟ ਨਹੀਂ ਮਿਲਦੀ ਜੇਲ੍ਹਾਂ ਦੇ ਵਿੱਚ, ਉਹਦੇ ਤੇ ਕਿੱਡੀ ਵੱਡੀ ਫਾਈਂਡਿੰਗ ਦਿੱਤੀ ਆ ਉਹਨਾਂ ਨੇ ਵੀ ਹਾਂ ਕਿ ਇਹ ਜ਼ਰੂਰਤ ਹੈ, ਕਿਉਂਕਿ ਉਹ ਜਿਹੜੇ ਲੋਕ ਨੇ ਜਿਹੜੇ ਨੈਸ਼ਨਲ ਫੋਰਨ ਦੇ ਵਿੱਚ ਲਾਅ ਐਪਲੀਕੇਬਲ ਨੇ, ਉਹ ਹਿਊਮਨ ਰਾਈਟ ਦੇ ਪ੍ਰੋਟੈਕਟਿਵ ਨੇ, ਉਹ ਤਾਂ ਬਹੁਤ ਜ਼ਿਆਦਾ,
ਕਿਸੇ ਨੂੰ ਚਾਹੇ ਅਪਰਾਧੀ ਹੈ। ਅਬੂ ਸਲੇਮ ਨੂੰ ਲੈ ਕੇ ਆਏ ਸੀ, ਕਿੰਨੀ ਮੁਸ਼ਕਲ ਨਾਲ ਪਹਿਲਾਂ ਲੈ ਕੇ ਆਏ, ਕਿੱਡੇ ਕਿੱਡੇ ਇਹਨਾਂ ਨੇ ਉੱਥੇ ਹਲਫਨਾਮੇ ਦਿੱਤੇ ਵੀ ਇਹਨੂੰ ਟੌਰਚਰ ਨਹੀਂ ਕਰਾਂਗੇ, ਇਹਨੂੰ ਪ੍ਰਾਹੁਣਿਆਂ ਵਾਂਗਾ ਰੱਖਾਂਗੇ, ਇਹਨੂੰ ਵਧੀਆ ਟਰੀਟ ਕਰਾਂਗੇ, ਔਰ ਉਹ ਕੰਪਲਾਈ ਕਰਨੇ ਪਏ। ਕਿੰਨੇ ਲੋਕਾਂ ਦੀ ਐਕਸਟ੍ਰੈਡੀਸ਼ਨ ਹੋਈ ਹੈ, ਬਹੁਤ ਰੇਅਰ ਲੋਕਾਂ ਦੀ ਐਕਸਟ੍ਰੈਡੀਸ਼ਨ ਹੁੰਦੀ ਹੈ ਜੇ ਉੱਥੇ ਉਹ ਪੋਲੀਟੀਕਲ ਅਜ਼ਾਈਲਮ 'ਚ ਗਿਆ ਹੋਇਆ। ਇਹ ਜਿਹੜੀ ਆਪਾਂ ਇੰਟਰਵਿਊ ਕਰ ਰਹੇ ਹਾਂ, ਇਹ ਇਸ ਕਰਕੇ ਕਰ ਰਹੇ ਹਾਂ ਕਿ ਇੱਕ ਸਟੇਟਮੈਂਟ ਹਾਲੇ ਬੇਸ਼ੱਕ ਬਲੈਕ ਐਂਡ ਵਾਈਟ ਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ, ਬੇਸਿਕ ਸਟੇਟਮੈਂਟਸ ਨੇ। ਵੀ ਆਰ ਪ੍ਰਜ਼ਿਊਮਿੰਗ ਦੈਟ ਦੀ ਸਟੇਟਮੈਂਟ ਗਿਵਨ ਬਾय ਦੀ ਸੀਐਮ ਆਫ ਪੰਜਾਬ ਐਜ਼ ਵਨ ਆਫ ਦੀ ਰਿਸਪੌਂਸਿਬਲ ਡੈਜ਼ਿਗਨੇਸ਼ਨ ਉਹ ਸਹੀ ਹੋਊਗੀ, ਕਿਉਂਕਿ ਇੰਟੈਲੀਜੈਂਸ ਦੇ ਬੇਸ ਤੇ ਹੋਊਗੀ। ਉਸ ਨੂੰ ਆਪਾਂ ਕੰਟੀਨਿਊਟੀ ਦੇ ਵਿੱਚ ਮਤਲਬ ਜਿਹੜੀ ਇੰਟਰਵਿਊ ਕਰ ਰਹੇ ਹਾਂ। ਜਿਹੜਾ ਕੈਲੀਫੋਰਨੀਆ ਚ ਗਿਆ ਉਹ ਬੰਦਾ ਕੈਨੇਡਾ ਚ ਗਿਆ, ਕੈਨੇਡਾ ਚ ਉਹਦੇ ਕੋਲ ਪੀਆਰ ਸੀ ਜਾਂ ਉਹ ਉੱਥੋਂ ਦਾ ਸਿਟੀਜ਼ਨਸ਼ਿਪ ਸੀ, ਉਹਦੇ ਬਾਰੇ ਹਲੇ ਤੱਕ ਕਿਸੇ ਨੂੰ, ਕਿਉਂਕਿ ਏਜੰਸੀਜ਼ ਦੱਸ ਸਕਦੀਆਂ ਜਿਹਨਾਂ ਕੋਲ ਇਨਫੋਰਮੇਸ਼ਨ। ਆਪਾਂ ਤਾਂ ਇੱਕ ਇਹ ਲਾਅ ਪੁਆਇੰਟ ਤੁਸੀਂ ਡਿਸਕਸ ਕਰ ਰਹੇ ਹੋ ਵੀ ਕੀ ਉਹਦੇ ਕੋਲ, ਜੇ ਆਪਾਂ ਇਹ ਪ੍ਰਜ਼ਿਊਮ ਕਰ ਲਈਏ ਇਹ ਕੀ ਹੋ ਸਕਦਾ ਹੈ। ਉਹਦੀ ਐਕਸਟ੍ਰਾਡੀਸ਼ਨ ਕਰਨ ਵਾਸਤੇ ਬੜੇ ਇੰਪੈਡੀਮੈਂਟ ਨੇ। ਐਕਸਟ੍ਰਾਡੀਸ਼ਨ ਜੇ ਕਾਨੂੰਨ ਦੇ ਤਹਿਤ ਹੋਊਗੀ, ਇਟ ਵੁੱਡ ਟੇਕ ਅ ਲੋਟ ਆਫ ਟਾਈਮ। ਇਟਸ ਅ ਟਾਈਮ ਕੰਜ਼ਿਊਮਿੰਗ। ਐਦਾਂ ਨਹੀਂ ਵੀ ਕੱਲ ਨੂੰ ਚੱਕ ਕੇ ਲੈ ਆਉਣਗੇ ਪੰਜਾਬ ਪੁਲਿਸ ਵਾਲੇ ਜਾ ਕੇ। ਮੈਂ ਲੱਗਿਆ ਸੀਗਾ ਵੀ ਉਧਰ ਤਾਂ ਸੀਐਮ ਕਹਿੰਦੇ ਲੈ ਕੇ ਆਵਾਂਗੇ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਹੁਣੀ ਆਇਆ ਖੜਾ ਹੈਗਾ ਬਸ ਉਹਨੂੰ ਲੈ ਕੇ ਅੰਦਰ ਦੇ ਦੇਣਾ। ਜੇ ਹੁਣ ਤੁਸੀਂ ਹਰਿਆਣੇ ਚੋਂ ਫੜਨਾ ਹੈ ਜਾਂ ਗੋਆ ਚੋਂ ਲੈਣਾ, 1 ਮਿੰਟ ਲੱਗਣਾ। ਟ੍ਰਾਂਜ਼ਿਟ ਰਿਮਾਂਡ ਤੇ ਬੰਦਾ ਲੈ ਕੇ ਆ ਜਾਂਦੇ ਨੇ। ਈਵਨ ਕਿ ਜਿਹੜਾ ਉਹ ਪਿੱਛੇ ਕੋਈ ਬਿਸ਼ਨੋਈ ਸੀ ਉਹਨੂੰ ਵੀ ਲੈ ਕੇ ਆਏ ਨੇ ਜਾ ਕੇ। ਇਹ ਇੰਡੀਆ ਦਾ ਕੰਮ ਨਹੀਂ, ਇਹ ਇੰਟਰਨੈਸ਼ਨਲ ਲਾਅ ਗਵਰਨ ਕਰਨਗੇ। ਇੰਟਰਨੈਸ਼ਨਲ ਟ੍ਰੀਟੀਜ਼ ਕੀ ਨੇ, ਉੱਥੋਂ ਦਾ ਡੋਮੈਸਟਿਕ ਲਾਅ ਕੀ ਕਹਿੰਦਾ, ਕੀ ਉਹਦੀਆਂ ਇੰਪੈਡੀਮੈਂਟਸ ਨੇ, ਉਹਦੇ ਅਜ਼ਾਈਲਮ ਸੀਕਰ ਦੇ ਕੀ ਰਾਈਟ ਨੇ, ਕਿਉਂਕਿ ਇਹ ਸਾਰੀਆਂ ਕੰਟਰੀਜ਼ ਹਿਊਮਨ ਰਾਈਟ ਨੂੰ ਬਹੁਤ ਫੇਵਰ ਕਰਦੀਆਂ ਨੇ। ਯੂਐਨ ਨੂੰ, ਕਿੱਡੇ ਵੱਡੇ ਆਰਗੇਨਾਈਜੇਸ਼ਨਸ ਜਿਹੜੀਆਂ ਐਸਟੈਬਲਿਸ਼ ਹੋਈਆਂ। ਪਰ ਇਹਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ, ਇੱਕ ਤਾਂ ਇਹ ਬਹੁਤ ਵੱਡਾ ਸਵਾਲ ਹੈ ਕਿ ਆਖਰਕਾਰ ਉਹ ਕੈਨੇਡਾ ਤੋਂ ਟਰੈਵਲ ਕਰਦਾ ਦੂਜੀ ਕੰਟਰੀ ਦੇ ਵਿੱਚ, ਜਿਹੜਾ ਕਿ ਹੈਗਾ ਤਾਂ ਜੇ ਹੁਣ ਬੇਸ਼ੱਕ ਉਹ ਉੱਥੇ ਯੂਐਸਏ ਆ, ਪਰ ਉਸ ਟਾਈਮ ਦੇ ਦੌਰਾਨ ਤਾਂ ਜਦੋਂ ਉਹ ਟਰੈਵਲ ਕਰ ਰਿਹਾ ਕੈਨੇਡਾ ਦੇ ਵਿੱਚ ਵੀ ਉਨੀ ਪ੍ਰੈਸ਼ਰ ਬਣਿਆ ਹੋਇਆ, ਉੱਥੋਂ ਦੀ ਸਰਕਾਰ ਤੇ ਵੀ ਬਣਿਆ ਹੋਇਆ ਵੀ ਪੜੋ ਬਈ ਸਿੱਧੂ ਮੂਸੇਵਾਲੇ ਦਾ ਕਤਲ ਕਰਿਆ ਨੇ। ਦੂਜੇ ਪਾਸੇ ਇੰਨਾ ਉੱਥੋਂ ਵੀ ਉਹ ਜੋਖਮ ਚੱਕ ਕੇ ਪਹੁੰਚਦਾ ਕੈਨੇਡਾ ਅਮਰੀਕਾ ਦੇ ਵਿੱਚ। ਪਹਿਲੀ ਗੱਲ ਉਹਦਾ ਇਹ ਜਾਣਾ ਕਹਿਣ ਦਾ ਮਤਲਬ ਇਹ ਵੀ ਇੱਕ ਸਾਜ਼ਿਸ਼ ਮੰਨੀ ਜਾ ਸਕਦੀ ਹੈ। ਇਹ ਨਹੀਂ ਹੈਗਾ ਵੀ ਉੱਥੇ ਡਿਟੇਨ ਕਰ ਲਿਆ ਜੀ ਬਹੁਤ ਵੱਡੀ ਉਪਲਬਧੀ ਹੋਗੀ। ਹੋ ਸਕਦਾ ਉੱਥੇ ਜਾ ਕੇ ਉਹਨੇ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਵੇ ਵੀ ਉਹ ਖੁਦ ਹੀ ਅੱਖਾਂ 'ਚ ਆਇਆ ਹੋਵੇ ਵੀ ਭਾਈ ਮੈਂ ਹੈਗਾ ਉਰੇ। ਬਿਲਕੁਲ ਹੋ ਸਕਦਾ। ਦੇਖੋ ਕੈਨੇਡਾ ਦੇ ਜਿਹੜੇ ਲਾਅ ਨੇ, ਟ੍ਰੀਟੀਜ਼ ਨੇ ਜਾਂ ਐਕਸਟ੍ਰਾਡਾਈਟ ਕਰਨ ਵਾਲੇ ਨੋਰਮਸ ਨੇ ਉਹ ਡਿਫਰੈਂਟ ਨੇ ਯੂਐਸਏ ਨਾਲੋਂ। ਯੂਐਸਏ ਦੇ ਤਾਂ ਬੜੇ ਲਿਬਰਲ ਨੇ। ਯੂਐਸਏ ਨੇ ਤਾਂ ਬਹੁਤ ਲੋਕਾਂ ਨੇ 1984 ਤੋਂ ਬਾਅਦ ਜਿਨ੍ਹਾਂ ਨੇ ਇਹ ਸ਼ੋਅ ਕਰਤਾ ਕਿ ਸਾਡੇ ਰਿਲੀਜੀਅਸ ਸਾਨੂੰ ਖਤਰਾ ਹੈ, ਸਿਟੀਜ਼ਨਸ਼ਿਪ ਦਿੱਤੀ ਹੈ। ਤੁਹਾਨੂੰ ਹੋ ਸਕਦਾ ਤੁਹਾਡੇ ਕੋਈ ਰਿਲੇਟਿਵ ਹੋਵੇ ਜਾਂ ਪੰਜਾਬ 'ਚ ਤਾਂ ਬਹੁਤ ਲੋਕ ਜਿਹੜੇ 1984 ਤੋਂ ਬਾਅਦ ਇਹ ਐਸਟੈਬਲਿਸ਼ ਕਰਤਾ ਕਿ ਸਾਨੂੰ ਰਿਲੀਜੀਅਸਲੀ ਖਤਰਾ ਹੈ, ਸਾਡੇ ਸੈਕਟ ਨੂੰ, ਰੇਸ ਰਿਲੀਜਨ ਦਾ ਇੰਡੀਆ ਦੇ ਵਿੱਚ ਸਾਡੀ ਕੰਟਰੀ 'ਚ ਖਤਰਾ, ਉਹਨਾਂ ਨੇ ਸਿਟੀਜ਼ਨਸ਼ਿਪ ਪ੍ਰੋਵਾਈਡ ਕੀਤੀ ਹੈ। ਗੱਲ ਤੁਸੀਂ ਕਰ ਰਹੇ ਹੋ ਵੀ ਟਰੈਵਲ ਕਰ ਰਿਹਾ ਸੀ। ਹੁਣ ਇਹ ਨਹੀਂ ਪਤਾ ਕਿ ਵੀ ਕਦੋਂ ਦਾ ਉਹ ਯੂਐਸਏ ਵਿੱਚ ਸੀ। ਇਸ ਕੇਸਿਸ ਦੇ ਵਿੱਚ ਜਿੱਥੇ ਅਜ਼ਾਈਲਮ ਸੀਕ ਕਰਨਾ, ਮੈਂ ਤੁਹਾਡੇ ਦਰਸ਼ਕਾਂ ਨੂੰ ਹੋਰ ਇਸ ਚੈਨਲ ਦੇ ਜਰੀਏ ਕਲੀਅਰ ਕਰ ਦਿੰਦਾ ਹੈ, ਜੇ ਕਿਸੇ ਬੰਦੇ ਨੇ ਅਜ਼ਾਈਲਮ ਸੀਕ ਕਰਨਾ, ਚਾਹੇ ਉਹ ਪੋਲੀਟੀਕਲ ਅਜ਼ਾਈਲਮ, ਉਹਨੂੰ ਉੱਥੇ ਜਾਣ ਵਾਸਤੇ ਵੀਜ਼ਾ ਲੈਣ ਦੀ ਲੋੜ ਨਹੀਂਗੀ। ਉਹ ਬੰਦਾ ਟੱਪ ਜੇ ਕੰਧ, ਉਹ ਬੰਦਾ ਸਮੁੰਦਰ ਚੋਂ ਉਹਨੇ ਉੱਥੇ ਪਹੁੰਚਣਾ। ਉੱਥੇ ਜਾ ਕੇ ਉਹਨੇ ਕਹਣਾ ਜੀ ਮੈਨੂੰ ਤਾਂ ਮੇਰੇ ਕੰਟਰੀ 'ਚ ਖਤਰਾ, ਮੈਨੂੰ ਬਚਾਓ। ਭੱਜ ਗਿਆ ਬਚਾ ਕੇ। ਰਿਫਿਊਜੀ ਕਨਵੈਨਸ਼ਨ ਆਫ ਰਿਫਿਊਜੀ ਦੀ ਡੈਫੀਨੇਸ਼ਨ ਇੰਟਰਨੈਸ਼ਨਲ ਲਾਅ ਤੋਂ ਆਈ ਹੈ। ਸੋ ਉਹਨੂੰ ਬਚਾਉਣ ਵਾਸਤੇ ਬਹੁਤ ਕੰਟਰੀਜ਼ ਦੇ, ਯੂਐਸਏ ਦੇ ਵਿੱਚ ਤਾਂ ਬਹੁਤ ਇੰਸਟੈਂਸਸ ਨੇ। ਪਰ ਇਹਦੇ 'ਚ ਹੋਰ ਚੀਜ਼ ਬੜੀ ਇਹ ਆ ਰਹੀ ਤੇ ਮੇਰੇ ਧਿਆਨ 'ਚ ਵੀ ਆਪਾਂ ਤਾਂ ਕਹਿਤਾ ਵੀ ਸਾਡਾ ਉਹ ਅਪਰਾਧੀ ਹੈ ਵੀ ਗੋਲੀ ਬਰਾੜ ਨੂੰ ਲੈ ਕੇ ਆਉਣਾ ਹੈ, ਅਮਰੀਕਾ 'ਚ ਉਹ ਡਿਟੈਕਟ ਹੋ ਗਿਆ, ਡਿਟੇਨ ਹੋ ਗਿਆ ਜਾਂ ਅਰੈਸਟ ਹੋ ਗਿਆ। ਬਿਲਕੁਲ। ਪਰ ਗੱਲ ਇਹ ਹੈ ਵੀ ਗਿਆ ਉਹ ਕੈਨੇਡਾ ਤੋਂ ਹੈ। ਹੁਣ ਅਮਰੀਕਾ ਵਾਲੇ ਸਾਨੂੰ ਦੇਣਗੇ ਜਾਂ ਕੈਨੇਡਾ ਵਾਲਿਆਂ ਨੂੰ ਦੇਣਗੇ? ਨਹੀਂ, ਦੇਖੋ ਰਿਕੁਐਸਟ ਜਿਹੜੀ ਆ ਉਹ ਕਰੀਏ ਇੰਡੀਆ ਨੇ। ਇੰਡੀਆ ਦਾ ਨੈਸ਼ਨਲ ਹੈ ਉਹ। ਸਿਟੀਜ਼ਨਸ਼ਿਪ ਉਹਨੂੰ ਕੈਨੇਡਾ ਦੀ ਮਿਲੀ ਆ ਜਾਂ ਨਹੀਂ ਮਿਲੀ, ਜਾਂ ਇੰਡੀਆ 'ਚ ਅਫੈਂਸ ਕਰਨ ਤੋਂ ਬਾਅਦ ਉਹਨੂੰ ਸਿਟੀਜ਼ਨਸ਼ਿਪ ਮਿਲ ਗਈ। ਐਕਸਟ੍ਰਾਡੀਸ਼ਨ ਸੀਕ ਕੌਣ ਕਰ ਰਿਹਾ? ਜਿੱਥੇ ਅਫੈਂਸ ਹੋਇਆ, ਜਿੱਥੇ ਨਾਲ ਜਿਹੜਾ ਸਾਡਾ ਲਾਅ ਕੀ ਹੈ 120B 120B ਕ੍ਰਿਮੀਨਲ ਕਨਸਪੀਰੇਸੀ ਹੈ। ਜੇ ਬੰਦੇ ਨੇ ਫੋਰਨ ਚੋਂ ਬੈਠ ਕੇ ਕੋਈ ਪਾਰਟਿਸਿਪੇਟ ਕਰਕੇ ਕਨਸਪੀਰੇਸੀ ਕਰ ਲਈ, ਜਿੰਨਾ ਗੋਲੀ ਮਾਰਨ ਵਾਲਾ ਜ਼ਿੰਮੇਵਾਰ ਆ ਉਹਨਾਂ ਜਿਹਨੇ ਕਨਸਪੀਰੇਸੀ ਕਰਕੇ ਕੋਈ ਫਾਈਨੈਂਸ਼ੀਅਲ ਅਸਿਸਟੈਂਸ ਜਾਂ ਪ੍ਰੈਪਰੇਸ਼ਨ ਵਾਸਤੇ ਕਨਸਪੀਰੇਸੀ ਦਾ ਪਾਰਟ ਆ, ਉਨਾ ਹੀ ਉਹ ਜ਼ਿੰਮੇਵਾਰ ਹੈ। ਸਾਡਾ ਲਾਅ ਗਵਰਨ ਕਰਦਾ ਜੇ ਕਿਸੇ ਨੇ ਕਨਸਪੀਰੇਸੀ ਕਰਕੇ ਇੰਡੀਆ ਦੇ ਵਿੱਚ ਕੋਈ ਵਾਰਦਾਤ ਕੀਤੀ ਹੈ, ਉਹ ਨੈਸ਼ਨਲ ਚਾਹੇ ਕੈਨੇਡਾ ਦਾ ਚਾਹੇ ਉਹ ਯੂਐਸਏ ਦਾ, ਬਾਅਦ ਚ ਬਣਿਆ ਉਹ। ਪਹਿਲਾਂ ਤਾਂ ਨੈਸ਼ਨਲ ਤਾਂ ਐਡਮਿਟਡਲੀ ਪਹਿਲਾਂ ਸਿਟੀਜ਼ਨਸ਼ਿਪ ਤਾਂ ਉਹਦੇ ਕੋਲ ਇੰਡੀਆ ਦੀ ਸੀ ਨਾ। ਇੰਡੀਆ ਦੀ ਗਵਰਨਮੈਂਟ ਫੋਰਨ ਅਫੇਅਰ ਮਿਨਿਸਟਰੀ ਦੇ ਥਰੂ ਐਕਸਟ੍ਰਾਡੀਸ਼ਨ ਟ੍ਰੀਟੀ ਦੇ ਅਕੋਰਡਿੰਗਲੀ ਉਹਦੀ ਐਕਸਟ੍ਰਾਡੀਸ਼ਨ ਮੰਗ ਸਕਦੀ ਹੈ, ਨੋ ਇਸ਼ੂ ਐਟ ਆਲ। ਔਰ ਇਹਨਾਂ ਨੇ ਜਿੱਥੋਂ ਤੱਕ ਪ੍ਰੈਪਰੇਸ਼ਨ ਪੰਜਾਬ ਗਵਰਨਮੈਂਟ ਦੀ, ਪੰਜਾਬ ਪੁਲਿਸ ਦੀ,
ਇਹਨਾਂ ਨੇ ਆਲਰੇਡੀ ਰੈੱਡ ਕਾਰਨਰ ਨੋਟਿਸ ਵੀ ਤਾਂ ਇਸੇ ਲਈ ਇਸ਼ੂ ਹੋਇਆ ਨਾ। ਜੇ ਕੈਲੀਫੋਰਨੀਆ ਦੇ ਵਿੱਚ ਜੇ ਇਦਾਂ ਦੀ ਕੋਈ ਪ੍ਰੋਪੋਜੀਸ਼ਨ ਹੁੰਦੀ ਉਹ ਤਾਂ ਕਹਿੰਦੇ ਨਹੀਂ ਨਹੀਂ ਇਹ ਤਾਂ ਨੈਸ਼ਨਲ ਕੈਨੇਡਾ ਦਾ, ਅਸੀਂ ਤੁਹਾਡੀ ਰਿਕੁਐਸਟ ਦੇ ਉੱਤੇ ਰੈੱਡ ਕਾਰਨਰ ਨਹੀਂ ਇਸ਼ੂ ਕਰਨਾ। ਜਦੋਂ ਉਹ ਸਾਰਾ ਮਟੀਰੀਅਲ ਐਦਾਂ ਨਹੀਂ ਹੁੰਦਾ ਵੀ ਰੈੱਡ ਕਾਰਨਰ ਨੋਟਿਸ ਵੀ ਕੋਈ ਐ ਨਹੀਂ ਹੈਗਾ ਵੀ ਨੋਟ ਐਟ ਆਲ ਐਦਾਂ ਥੋੜੋ ਵੀ ਅੱਖਾਂ ਵਿੱਚ ਹੋਇਆ ਵੀ ਉਹਨਾਂ ਨੇ ਪਹਿਲਾਂ ਦਿੱਤਾ ਕੁਛ ਆ। ਸਰ ਪਹਿਲਾਂ ਇਹਦੇ ਬੈਕ ਸਾਈਡ ਤੇ ਮੈਂ ਤੁਹਾਨੂੰ ਦਿਖਾ, ਅਟੈਂਪਟ ਟੂ ਮਰਡਰ, ਕ੍ਰਿਮੀਨਲ ਕਨਸਪੀਰੇਸੀ, ਸਪਲਾਈ ਆਫ ਇਲੀਗਲ ਫਾਇਰ ਆਰਮਸ, ਮਰਡਰ, ਕ੍ਰਿਮੀਨਲ ਕਨਸਪੀਰੇਸੀ, ਸਪਲਾਈ ਆਫ ਇਲੀਗਲ, ਇਹ ਸਾਰਾ ਹੀ ਇਹਨਾਂ ਨੂੰ ਪੂਰਾ ਪ੍ਰੂਫ ਦੇਣਾ ਪੈਂਦਾ ਹੈ। ਹੁਣ ਐਕਸਟ੍ਰਾਡੀਸ਼ਨ ਟ੍ਰੀਟੀ ਦੀ ਮੈਂ ਤੁਹਾਨੂੰ ਗੱਲ ਦੱਸਦਾ ਸੀ ਵੀ ਚਲਾਨ ਪੇਸ਼ ਹੋਣ ਤੋਂ ਬਾਅਦ ਹੋ ਸਕਦੀ ਹੈ, ਰਿਕੁਐਸਟ ਕੀਤੀ ਜਾ ਸਕਦੀ ਹੈ। ਹੁਣ ਚਲਾਨ ਪੇਸ਼ ਹੋਇਆ ਐਕਸਟ੍ਰਾਡੀਸ਼ਨ ਵਾਸਤੇ ਕੀਤਾ ਜਾਂ ਨਹੀਂ ਕੀਤਾ ਇਹ ਗਵਰਨਮੈਂਟ ਡਿਸਕਲੋਜ਼ ਕਰੂਗੀ ਨਾ। ਆਪਾਂ ਤਾਂ ਇੱਕ ਡਿਸਕਸ਼ਨ ਕਰ ਰਹੇ ਹਾਂ ਕਿ ਕਰਨਾ ਕੀ ਕਰ ਸਕਦੀ ਹੈ ਗਵਰਨਮੈਂਟ, ਕੀ ਇੰਟਰਨੈਸ਼ਨਲ ਲਾਅ ਕਹਿੰਦਾ ਹੈ, ਲਾਅ ਦੇ ਵਿੱਚ ਦਾਇਰੇ ਦੇ ਵਿੱਚ ਰਹਿ ਕੇ ਹੀ ਹੋਣਾ ਬਣਦਾ। ਔਰ ਮੈਂ ਇਹ ਚਾਹੁੰਦਾ ਵੀ ਜਿਵੇਂ ਇੱਕ ਪਰਸਨਲ ਕੇਸ ਨੂੰ ਲੈ ਕੇ ਕੀਤਾ ਜਾਂਦਾ, ਆਈ ਹੋਪ the government of Punjab would treat this very matter as one of the personal, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਏਦਾਂ ਦੀ ਹੋਰ ਵਾਰਦਾਤ ਨਾ ਹੋ ਜੇ। ਐਡਾ ਮਤਲਬ ਜਿਸ ਬੰਦੇ ਨੇ ਪੰਜਾਬੀ ਨੂੰ ਇੰਟਰਨੈਸ਼ਨਲ ਲੈਵਲ ਤੇ ਸਰਚ ਕਰਨ ਲਾ ਦਿੱਤਾ ਹੋਵੇ ਔਰ ਉਹਦੇ ਕੱਦ ਨੂੰ ਦੱਸਣ ਦੀ ਲੋੜ ਨਹੀਂ ਅੱਜ, ਔਰ ਉਹ ਬੰਦੇ ਦਾ ਦਿਨ ਦਿਹਾੜੇ ਕਤਲ ਹੋ ਜੇ, ਇਹ ਤਾਂ ਇੱਕ ਬਹੁਤ ਵੱਡੀ ਸ਼ਰਮਨਾਕ ਇਨਸੀਡੈਂਟ ਹੈ ਨਾ। ਗਵਰਨਮੈਂਟ ਆਫ ਪੰਜਾਬ ਜਾਂ ਪੰਜਾਬ ਦੇ ਵਿੱਚ ਜਿਹਦੇ ਵਿੱਚ ਆਰਟੀਕਲ 21 ਰਾਈਟ ਟੂ ਲਾਈਫ ਕਹਿੰਦਾ ਸਾਡਾ ਫੰਡਾਮੈਂਟਲ ਰਾਈਟ ਹੈ, ਐਡੇ ਵੱਡੇ ਬੰਦੇ ਦਾ, ਐਡੇ ਵੱਡੇ ਜਿਹੜਾ ਇੰਡਸਟਰੀ ਦਾ ਸਟਾਰ ਹੈ ਜਿਹਨੂੰ ਵੈਸੇ ਹੀ ਪ੍ਰੋਟੈਕਸ਼ਨ ਹਰ ਤੁਸੀਂ ਕਿਸੇ ਸਟੇਟ 'ਚ ਜਾਂਦਾ ਉਹ ਪ੍ਰੋਟੈਕਟ ਕਰਦੇ ਨੇ। ਕਿਉਂ ਕਰਦੇ ਨੇ? ਇਹ ਆਰਟੀਕਲ 21 ਦੀ ਕਲੀਅਰ ਮਤਲਬ ਮੈਂਡੇਟ ਹੈ ਕਿ ਵੀ ਪ੍ਰੋਟੈਕਟ ਤਾਂ ਤੁਸੀਂ ਕਰਨਾ ਹੀ ਹੈ। ਇਹਦੇ ਲਈ ਤਾਂ ਬਹੁਤ ਇਨਪੁਟ ਸੀ ਵੀ ਇਹਨੂੰ ਜਾਨ ਮਾਲ ਦਾ ਖਤਰਾ ਹੈ। ਸੋ ਗਵਰਨਮੈਂਟ ਨੂੰ ਆਈ ਹੋਪ ਵੀ ਇਹਨੂੰ ਪੂਰਾ ਇਨੀਸ਼ੀਏਟਿਵ ਲੈ ਕੇ ਜਿਵੇਂ ਪਰਸਨਲ ਕੇਸ ਲਿਆ ਜਾਂਦਾ ਉਦਾਂ ਇਹਨੂੰ ਫਾਈਟ ਕਰਨਾ ਪਊਗਾ, ਤਦ ਜਾ ਕੇ ਉਹਦੀ ਐਕਸਟ੍ਰਾਡੀਸ਼ਨ ਜਿਹੜੀ ਹੈ ਹੁਣ ਇਹ ਦੱਸੋ ਵੀ ਸਿਆਸੀ ਤੌਰ ਤੇ ਵੀ ਖੈਰ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਵੀ ਹੋਵੇ ਚਾਹੇ ਕੋਈ ਵੀ ਹੋਵੇ ਸਿਆਸੀ ਤੌਰ ਤੇ ਜ਼ਰੂਰ ਇੱਕ ਨਿਗਾਹ ਰਹਿੰਦੀ ਹੈ। ਹੁਣ ਇਹਦੇ 'ਚ ਜੇ ਕਿਹਾ ਜਾਵੇ ਸਭ ਤੋਂ ਜ਼ਿਆਦਾ ਜ਼ੋਰ ਕਿਹਦਾ ਲੱਗਣਾ ਹੈ, ਪੰਜਾਬ ਦਾ ਜਾਂ ਕਹੀਏ ਸੈਂਟਰ ਦਾ? ਦੇਖੋ ਸੈਂਟਰ ਨੇ ਤਾਂ ਬਣੀ ਬਣਾਈ ਅੱਗੇ ਪਰੋਸਣੀ ਹੈ। ਸੈਂਟਰ ਪੰਜਾਬ ਦਾ ਵੀ ਸੈਂਟਰ ਉਨਾ ਹੀ ਹੈ। ਅਫੈਂਸ ਕਿੱਥੇ ਹੋਇਆ? ਅਫੈਂਸ ਹੋਇਆ ਪੰਜਾਬ ਦੀ ਸਟੇਟ ਤੇ। ਪੰਜਾਬ ਪੁਲਿਸ ਦਾ ਸਭ ਤੋਂ ਵੱਡਾ ਰੋਲ ਹੈ ਵੀ ਕਿੰਨਾ ਐਵੀਡੈਂਸ ਤੁਸੀਂ ਕ੍ਰੀਏਟ ਕਰਦੇ ਹੋ, ਕਿੰਨਾ ਤੁਹਾਡੇ ਕੋਲ ਐਵੀਡੈਂਸ ਉਹਦੇ ਅਗੇਂਸਟ ਹੈ, ਕਿਉਂਕਿ ਐਵੀਡੈਂਸ ਤਾਂ ਉੱਥੇ ਜਿੱਥੋਂ ਐਕਸਟ੍ਰਾਡਾਈਟ ਕਰਾਉਣਾ ਉਹਨੂੰ ਜਿੰਨਾ ਐਵੀਡੈਂਸ ਦੇ ਬੇਸ ਨਿਊਜ਼ ਚੈਨਲ ਤੇ ਆਪਾਂ ਗੱਲ ਕਰਦੇ ਹਾਂ ਇਹਦਾ ਕੋਈ ਮਾਇਨਾ ਨਹੀਂ। ਰਾਦਰ ਕੇ ਕਿਸੇ ਹੋਰ ਜਿਹੜੇ ਚੈਨਲ ਇਹਨੂੰ ਡਿਫੇਮ ਕਰਦੇ ਹੋ ਉਹਨੂੰ ਆਪਣੇ ਸ਼ੈਲਟਰ ਲਈ ਯੂਜ਼ ਕਰ ਸਕਦਾ ਵੀ ਦੇਖੋ ਮੇਰੇ ਲਈ ਕੀ ਸਾਜ਼ਿਸ਼ ਰਚੀ ਜਾ ਸਕਦੀ ਹੈ। ਅਸਾਈਲਮ ਲਈ ਉਹ ਕੁਝ ਵੀ ਕਰੂਗਾ ਨਾ, ਉਹਨੂੰ ਯੂਜ਼ ਕਰੂਗਾ। ਪਰ ਜਿਹੜਾ ਐਵੀਡੈਂਸ ਦੇ ਬੇਸ ਤੇ ਉਹਨੂੰ ਲੈ ਕੇ ਆਉਣਾ ਉਹ ਤਾਂ ਇਨਵੈਸਟੀਗੇਸ਼ਨ ਏਜੰਸੀ ਲੈ ਕੇ ਆਊਗੀ ਨਾ। ਇਨਵੈਸਟੀਗੇਸ਼ਨ ਏਜੰਸੀ ਪੰਜਾਬ ਪੁਲਿਸ ਹੈ, ਇਨਵੈਸਟੀਗੇਟ ਕਰ ਰਹੀ ਹੈ। ਇਹਨੂੰ ਬੜਾ ਮਿਨਿਊਟਲੀ ਤਿਆਰ ਕਰਕੇ ਉਹ ਪਲੰਦਾ ਦੇਣਾ ਪਊਗਾ ਸੈਂਟਰਲ ਗਵਰਨਮੈਂਟ ਨੂੰ, ਫੋਰਨ ਅਫੇਅਰ ਨੂੰ, ਮਿਨਿਸਟਰੀ ਆਫ, ਤੇ ਉਹ ਅੱਗੇ ਐਕਸਟ੍ਰਾਡੀਸ਼ਨ ਲਈ ਰਿਕੁਐਸਟ ਕਰਨ ਤੇ ਜੋ ਉੱਥੇ ਦੀਆਂ ਫਾਰਮੈਲਿਟੀਆਂ ਉਹ ਤੋਂ ਬਾਅਦ ਸਟਾਰਟ ਹੋਣਗੀਆਂ। ਉਹਦੀ ਐਕਸਟ੍ਰਾਡੀਸ਼ਨ ਕਰਨੀ ਹੈ ਨਹੀਂ ਕਰਨੀ ਇਹ ਬਾਅਦ ਦੀ ਗੱਲ ਹੈ, ਪਰ ਆਪਣੇ ਵੱਲੋਂ ਇਹਨਾਂ ਨੂੰ ਕੋਈ ਕਸਰ ਛੱਡਣੀ ਨਹੀਂ ਚਾਹੀਦੀ। ਜੇ ਮੋਟਾ ਜਿਹਾ ਲਾਈਏ ਫਿਰ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਕਿੰਨਾ ਸਮਾਂ ਲੱਗ ਸਕਦਾ ਜੇ ਪੁਰਾਣੀਆਂ ਹਿਸਟਰੀਆਂ ਦੇਖਦੇ ਹਾਂ ਅਸੀਂ? ਮੈਂ ਤਾਂ ਇੱਕ ਗੱਲ ਦੇਖ ਰਿਹਾ ਸੀ, ਇੱਕ ਨਿਰਵ ਮੋਦੀ ਤੇ ਵਿਜੇ ਮਾਲਿਆ ਦੀ ਸਟੇਟਮੈਂਟ ਦੇ ਉੱਤੇ ਸਟੇਟਮੈਂਟ ਈਵਨ ਬਾਈ ਦੀ PMO of India has made a declaration that within 1 year or within 1.5 year or within 6 months, time to time, we will get him, both of them back in India for the ਆਗੇ ਨੇ ਹੁਣ ਤੱਕ। ਈਵਨ ਦੋ ਉਹ ਉਹਨਾਂ ਦਾ ਜਿਹੜਾ ਅਫੈਂਸ ਆ ਉਹ ਇਕਨੋਮਿਕ ਅਫੈਂਸ ਹੈ, ਉਹ ਮਤਲਬ ਬੈਂਕ ਦੇ ਲੈਣ ਦੇਣ ਨਾਲ ਕਰਕੇ ਆ, ਉਹਨਾਂ ਕੋਲ ਪੈਸੇ ਵੀ ਬਹੁਤ ਨੇ। ਇਹਦੇ ਬਾਰੇ ਆਈ ਡੋਂਟ ਵਾਂਟ ਟੂ ਕਮੈਂਟ। ਹਾਂ ਲਾਅ ਫੋਲੋ ਕਰ ਰਹੇ ਨੇ ਤੇ ਉਹ ਪ੍ਰੋਟੈਕਸ਼ਨ ਆਪਣੀ ਲੈ ਰਹੇ ਨੇ। ਕਿੰਨੀ ਵਾਰ ਤਾਂ ਉਹ ਨਿਊਜ਼ ਵਿੱਚ ਵੀ ਉਹਨਾਂ ਨੇ ਦਿਖਾਤਾ ਵੀ ਆਹ ਫਿਰ ਰਿਹਾ ਇਹ ਬੰਦਾ, ਤੁਸੀਂ ਵੀ ਦੇਖਿਆ ਹੋਣਾ। ਫਿਰ ਸੋ ਕੁਐਸਚਨ ਜਿਹੜਾ ਹੈ ਸਟੇਟਮੈਂਟ ਦੇਣੀ ਇੱਕ ਗੱਲ ਹੈ, ਕਾਨੂੰਨ ਦੇ ਜਰੀਏ ਬੰਦੇ ਨੂੰ ਉੱਥੋਂ ਐਕਸਟ੍ਰਾਡਾਈਟ ਕਰਾਉਣਾ ਦੂਜੀ ਗੱਲ ਹੈ। ਡਿਪੋਰਟ ਦਾ ਮੈਂ ਆਲਰੇਡੀ ਪਹਿਲਾਂ ਕਲੀਅਰ ਕਰ ਚੁੱਕਿਆ, ਐਕਸਟ੍ਰਾਡੀਸ਼ਨ ਤੇ ਅਜ਼ਾਈਲਮ। ਨੌਨ ਰਿਫੋਲਮੈਂਟ ਦਾ ਮੈਂ ਤੁਹਾਨੂੰ ਦੱਸ ਚੁੱਕਿਆ, ਉਹ ਪ੍ਰਿੰਸੀਪਲ ਆਫ ਇੰਟਰਨੈਸ਼ਨਲ ਲਾਅ ਹੈ, ਉਹਨਾਂ ਨੇ ਉਹ ਦੇਖਣਾ ਹੀ ਦੇਖਣਾ ਵੀ ਕਿਤੇ ਇਹਨਾਂ ਦੇ ਡੈਫੀਨੇਸ਼ਨ 'ਚ ਤਾਂ ਨਹੀਂ ਫਿੱਟ ਹੁੰਦਾ। ਜਿਵੇਂ ਲਾਰੈਂਸ ਵੇਲੇ ਹੋਇਆ ਸੀ ਕਿ ਇਹਦੀ ਜਾਨ ਮਾਲ ਦੀ ਤੁਹਾਨੂੰ ਸੁਰੱਖਿਆ ਕਰਨੀ ਹੋਊ, ਬਖਤਰਬੰਦ ਗੱਡੀਆਂ ਦੇ ਨਾਲ ਜੇ ਦੇਖੀਏ ਇੱਕ ਵੱਡਾ ਕਾਫਲਾ ਚੱਲਦਾ ਸੀ, ਤਾਂ ਯਾਨੀ ਕਿ ਜੇ ਇਹਨੂੰ ਵੀ ਲੈ ਕੇ ਆਉਣਗੇ ਤਾਂ ਇਹਨੂੰ ਲਿਆਉਣ ਦੇ ਵਾਸਤੇ ਉੱਥੇ ਇਹ ਚੀਜ਼ਾਂ ਦੀ ਸ਼ੋਰਟੀ ਦੇਣੀ ਪਊਗੀ ਕਿ ਆਖਰ ਇਹ ਕਿੰਨੇ ਜ਼ਿਆਦਾ ਅਸੀਂ ਇਹਦੀ ਰਖਵਾਲੀ ਵੀ ਕਰਾਂਗੇ। ਆਫ ਕੋਰਸ ਉਹ ਤੋਂ ਬਿਨਾਂ ਤਾਂ ਐਕਸਟ੍ਰਾਡੀਸ਼ਨ ਦਾ ਕੁਐਸਚਨ ਹੀ ਨਹੀਂ ਹੁੰਦਾ।
ਇਹ ਤੇ ਮੈਂਡੇਟਰੀ ਕੰਡੀਸ਼ਨ ਹੈ ਇੰਟਰਨੈਸ਼ਨਲ ਲਾਅ ਦੀ। ਜਿਹੜਾ ਉਹ ਪ੍ਰੋਪੋਜੀਸ਼ਨ ਉੱਥੇ ਰੇਜ਼ ਕਰੂਗਾ, ਜੇ ਉਹ ਐਕਸਟ੍ਰੈਡੀਸ਼ਨ ਦੀ ਕੰਡੀਸ਼ਨ ਹੈ ਤਾਂ ਉਹ ਬਿਲਕੁਲ ਕੰਪਲਾਈ ਕਰਨ, ਸ਼ੋਰਿਟੀ ਦੇਣੀ ਪੈਣੀ ਹੈ ਬਿਲਕੁਲ, ਤਦੇ ਉਸ ਤੋਂ ਬਾਅਦ ਅੱਗੇ ਜਾਊਗਾ। ਹੁਣ ਉਹਦੀ ਅਬੂ ਸਲੇਮ ਦੀ ਸਜ਼ਾ ਹੋਣ ਤੋਂ ਬਾਅਦ ਵੀ ਜਿਹੜੀ ਉਹਨਾਂ ਦੀ ਅੰਡਰਟੇਕਿੰਗ ਜਾਂ ਆਪਣੀ ਗਵਰਨਮੈਂਟ ਆਫ ਇੰਡੀਆ ਦੀ ਅੰਡਰਟੇਕਿੰਗ ਸੀ, ਉਹ ਕੰਪਲਾਈ ਕਰਨ ਵਾਸਤੇ ਕਿਹਾ। ਸੁਪਰੀਮ ਕੋਰਟ ਨੇ ਵੀ ਕਿਹਾ ਵੀ ਹਾਂ ਤੁਸੀਂ ਉੱਥੇ that is the one of the undertaking। ਇੱਕ ਬਾਇਲੇਟਰਲ ਟ੍ਰੀਟੀਜ਼ ਨੇ ਇੰਟਰਨੈਸ਼ਨਲ ਲੈਵਲ ਤੇ, ਜਿੰਨਾ ਮਰਜ਼ੀ ਕਹੀ ਜਾਈਏ ਵੀ ਕਿੰਨਾ ਕੁਖਿਆਤ ਹੈ, ਕਿੰਨਾ ਹੀ ਕੋਈ ਹੋਏਗਾ, ਤੇ ਪਰ ਜਦੋਂ ਉੱਥੇ ਗੱਲ ਹੋਣੀ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਅਮਰੀਕਾ ਦੇ ਵਿੱਚ, ਤਾਂ ਉੱਥੇ ਇਹ ਚੀਜ਼ਾਂ ਤਾਂ ਜੇ ਦੇਖੀਏ ਉੱਥੇ ਇਹ ਨਹੀਂ ਦੇਖਿਆ ਜਾਣਾ ਵੀ ਇਹ ਕਿੱਡਾ ਕੀ ਹੋ ਹੈ, ਉੱਥੇ ਤਾਂ ਫੈਕਟਸ ਦੇਖੇ ਜਾਣਗੇ ਤੇ ਲੀਗਲ ਪੁਆਇੰਟ ਦੇਖੇ ਜਾਣਗੇ। ਮੈਂ ਤੁਹਾਨੂੰ ਦੱਸਦਾ, ਹੁਣ ਜਦੋਂ 1984 ਤੋਂ ਬਾਅਦ ਜਿਹੜੇ ਲੋਕ ਸਟੇਟ ਦੇ ਨਾਲ ਭਿੜੇ ਸੀ, ਉਹ ਆਪਣੇ ਵੱਲੋਂ ਸਹੀ ਭਿੜੇ ਸੀ, ਆਪਣੇ ਆਪ ਨੂੰ ਇਹ ਮੰਨ ਕੇ, ਇਹ ਉਹਨਾਂ ਨੇ ਪ੍ਰੂਵ ਕੀਤਾ, ਉਹਨਾਂ ਨੂੰ ਅਜ਼ਾਇਲਮ ਮਿਲਿਆ। ਹੁਣ ਇਹ ਬੰਦਾ ਇਹ ਕਿੱਦਾਂ ਜਸਟੀਫਾਈ ਕਰੂਗਾ ਕਿ ਉਹਨੂੰ ਅਸੀਂ ਮਾਰਨ ਵਾਸਤੇ, ਏਦਾਂ ਦਾ ਗੱਲ ਨਹੀਂ ਹੈ ਕਿ ਵੀ ਉਹਨੂੰ ਇੱਕ ਡੈਫੀਨੇਸ਼ਨ ਚ ਫਿੱਟ ਕਰਤੇ ਇਹਨੂੰ ਅਜ਼ਾਇਲਮ ਮਿਲ ਜੂਗਾ ਔਰ ਐਕਸਟ੍ਰੈਡੀਸ਼ਨ ਡਿਨਾਈ ਹੋ ਜਾਏਗਾ। ਨਾਟ ਐਟ ਆਲ। ਜਿਹੜਾ ਅੱਗੇ ਵੀ ਬੈਠਾ ਹੈ, ਅਥਾਰਟੀ ਬੈਠੀ ਹੈ, ਉਹਦਾ ਪੂਰਾ ਮਾਈਂਡ ਹੈ। ਔਰ ਆਈ ਹੋਪ ਜੇ ਪੰਜਾਬ ਗਵਰਨਮੈਂਟ ਇਹ ਗੱਲ ਕਲੀਅਰ ਕਰ ਦੂਗੀ ਕਿ ਇਹਨੇ ਇੱਕ ਲਾਸ ਜਿਹੜਾ ਹੈ ਸਿਰਫ ਤੇ ਸਿਰਫ ਇੱਕ ਡੈਥ ਨਹੀਂ ਕੀਤੀ, ਉਸ ਬੰਦੇ ਨਾਲ ਕਿੰਨੇ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਸੀ, ਕਿੰਨੇ ਲੋਕਾਂ ਦਾ, ਕੱਲੇ ਮਾਂ-ਬਾਪ ਦਾ ਥੋੜੋ ਹੈ। ਜੇ ਕੋਈ ਏਦਾਂ ਦਾ ਸਾਰਾ ਪ੍ਰੂਫ ਹੋਊਗਾ ਵੀ ਇੱਕ ਨਾਮੀ ਬੰਦਾ ਜਿਹੜਾ ਕਿ ਜਿਹਨੂੰ ਲੋਕ ਪਿਆਰ ਕਰਦੇ ਸੀ, ਜਿਹਨੂੰ ਇੰਟਰਨੈਸ਼ਨਲ ਫਾਲੋਅਰ ਸੀ, ਜਿਹਦਾ ਆਪਣਾ ਹੀ ਆਪਣੇ ਆਪ ਚ ਰਿਕਾਰਡ ਸੀ, ਉਸ ਨੂੰ ਕਿਸ ਰੰਜਿਸ਼ ਕਰਕੇ, ਕੋਈ ਪਰਸਨਲ ਤਾਂ ਇਹਦਾ ਪ੍ਰੂਫ ਹੈ ਹੀ ਨਹੀਂ ਵੀ ਉਹਨੇ ਉਹਨੂੰ ਕੀਤਾ। ਜੇ ਇਹ ਚੀਜ਼ ਨੂੰ ਪ੍ਰੂਫ ਹੋਏ ਜਾਣਾ ਉੱਥੇ, ਫਿਰ ਉਹਦਾ ਅਜ਼ਾਇਲਮ ਵਾਲਾ ਜਿਹੜਾ ਗਰਾਊਂਡ ਨੇ ਉਹ ਖਤਮ ਨੇ। ਜੇ ਉਹ ਤਾਂ ਸਾਬਤ ਹੋ ਜੂਗੀ ਇਹ ਕ੍ਰਾਈਮ ਜਿਹੜਾ ਕਰਕੇ ਆਇਆ, ਫਿਰ ਉਹਦੇ ਕੋਲ ਜੇ ਇਹਦੇ ਚ ਇੱਕ ਜੇ ਕਹੀਏ ਕਿ ਪੁਆਇੰਟ ਕੋਈ ਉਹਦੇ ਕੋਲ ਹੈਗਾ ਇਸ ਚੀਜ਼ ਦਾ। ਬਾਕੀ ਦਾ ਚਲੋ ਠੀਕ ਹੈ, ਕਿਉਂਕਿ ਤੁਸੀਂ ਕਿਹਾ ਵੀ ਉਹ ਹਿਊਮਨ ਰਾਈਟਸ ਬਹੁਤ ਜ਼ਿਆਦਾ ਦੇਖਦੇ ਨੇ, ਉਹਨਾਂ ਵਾਸਤੇ ਸਭ ਤੋਂ ਪਹਿਲ ਉਹ ਹੈਗੀ। ਉਹਦੇ ਚ ਕੋਈ ਇਹਦੇ ਕੋਲ ਪੁਆਇੰਟ ਬਚੂਗਾ, ਜਾਂ ਫਿਰ ਇਹ ਹੋਊਗੀ ਵੀ ਦੇਰੀ ਹੋਊਗੀ, ਲਿਆਂਦਾ ਜ਼ਰੂਰ ਜਾਊਗਾ, ਜਾਂ ਇਹ ਵੀ ਹੈ ਵੀ ਕੋਈ ਪੁਆਇੰਟ ਉਹਨੂੰ ਇਹੋ ਜਿਹਾ ਵੀ ਹੈ ਜਿਹੜਾ ਉੱਥੇ ਰੱਖ ਸਕਦਾ। ਨਹੀਂ, ਮੈਨੂੰ ਓਪੀਨੀਅਨ ਤੇ ਇਹ ਹੈਗਾ, ਕਿਉਂਕਿ ਇਸ ਕੇਸ ਵਿੱਚ ਜਦੋਂ ਵੀ ਮੈਂ ਐਸ ਪਰ ਮਾਈ ਓਪੀਨੀਅਨ ਇਜ਼ ਕੰਸਰਨਡ, ਲਾਈਕ ਇਨ ਦੀ ਕੇਸਿਸ ਆਫਟਰ 1984 ਦੇ ਵਿੱਚ ਤਾਂ ਇੰਟਰਨੈਸ਼ਨਲ ਲੈਵਲ ਤੇ ਇਹ ਗੱਲ ਕਲੀਅਰ ਹੋ ਗਈ ਸੀ ਕਿ ਹਰਮੰਦਰ ਸਾਹਿਬ ਜੋ ਸਿੱਖਾਂ ਦਾ ਸਭ ਤੋਂ ਵੱਡਾ ਸਥਾਨ ਹੈ, ਅਕਾਲ ਤਖਤ ਸਾਹਿਬ, ਉੱਥੇ ਜਦੋਂ ਅਟੈਕ ਕੀਤਾ ਗਿਆ, ਕਿਹਨੇ ਕੀਤਾ? ਸਟੇਟ ਨੇ। ਸਟੇਟ ਮਤਲਬ ਜਿਹੜੀ ਆਪਣੀ ਇੰਡੀਆ ਦੀ, ਆਪਾਂ ਫੋਰਮ ਦੇ ਵਿੱਚ ਇਹਨੂੰ ਸਟੇਟ ਹੀ ਕਿਹਾ ਜਾਂਦਾ ਹੈ। ਇੰਡੀਅਨ ਗਵਰਨਮੈਂਟ ਨੇ ਕੀਤਾ, ਆਪਣੇ ਇੱਕ ਰਿਲੀਜਨ ਜਿਹੜਾ ਸਿੱਖ ਮਾਈਨੋਰਿਟੀ ਇੱਕ ਕਮਿਊਨਿਟੀ ਹੈ, ਤੇ ਉਸ ਭਾਵਨਾ ਨਾਲ ਜੁੜ ਕੇ ਲੋਕਾਂ ਨੇ ਆਪਣਾ ਬਦਲਾ ਲੈਣ ਜਾਂ ਆਪਣੇ ਰਾਈਟਸ ਵਾਸਤੇ ਆਪ ਆਪਣਾ ਅਮਿਊਸ਼ਨ ਲਿਆ ਤੇ ਫਾਈਟ ਕੀਤਾ ਸਟੇਟ ਦੇ ਅਗੇਂਸਟ। ਉਹਨਾਂ ਨੂੰ ਅਜ਼ਾਇਲਮ ਇਸ ਕਰਕੇ ਮਿਲ ਗਿਆ ਕਿ ਹਾਂ, ਕਿਉਂਕਿ ਉਹ ਇੰਟਰਨੈਸ਼ਨਲ ਲੈਵਲ ਤੇ ਉਹ ਏਦਾਂ ਪੋਰਟਰੇ ਤੇ ਕਲੀਅਰ ਹੋ ਗਿਆ ਕਿ ਹਾਂ, ਇੱਕ ਆਰਮੀ ਜੇ ਇੱਕ ਆਰਮੀ ਇੱਕ ਦੇਸ਼ ਦੀ ਇੱਕ ਧਾਰਮਿਕ ਸਥਾਨ ਨੂੰ ਢਾਉਣ ਵਾਸਤੇ ਯੂਜ਼ ਹੋਈ ਹੈ ਤਾਂ ਉਹ ਇੰਡੀਆ 'ਚ ਹੋਈ ਹੈ, ਅੱਜ ਤੱਕ ਪ੍ਰੋਟੈਕਟ ਕਰਨ ਵਾਸਤੇ ਤਾਂ ਹੋਈ ਹੈ। ਵੀ ਹਾਂ, ਇੰਡੀਆ ਨੇ ਆਪਣੇ ਇੱਕ ਸਿੱਖ ਕਮਿਊਨਿਟੀ ਦੇ ਨਾਲ ਧੱਕਾ ਕੀਤਾ ਸੀ, ਤਾਂ ਉਹ ਜਿਹੜੇ ਉਸ ਕਮਿਊਨਿਟੀ ਦੇ ਲੋਕ ਸੀਗੇ ਉਹਨਾਂ ਨੂੰ ਹਥਿਆਰ ਚੱਕਣਾ ਪੈ ਗਿਆ, ਕਿਉਂਕਿ ਉਹਨਾਂ ਨੂੰ ਕੋਈ ਕਿਸੇ ਕਾਨੂੰਨ ਜਾਂ ਕਿਸੇ ਹੋਰ ਵਿਵਸਥਾ ਦੇ ਵਿੱਚ ਆਪਣੇ ਆਪ ਨਹੀਂ ਮਿਲਿਆ, ਤੇ ਉਹਨਾਂ ਨੇ ਉਸ ਜਜ਼ਬਾਤ ਵਿੱਚ ਆ ਕੇ ਬਦਲਾ ਲੈਣ ਵਾਸਤੇ ਜਾਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ, ਆਪਣੇ ਧਾਰਮਿਕ ਸਥਾਨ ਦਾ ਬਦਲਾ ਲੈਣ ਵਾਸਤੇ ਕੀਤਾ। ਤਦ ਉਹਨਾਂ ਨੂੰ ਵੀ ਕਲੀਅਰ ਹੋ ਗਿਆ। ਕਈ ਡੈਜ਼ਿਗਨੇਟਰੀ ਦੀ ਮੋਹਰ ਦੇਖਦੇ ਸੀ, ਉਸ ਤੋਂ ਬਾਅਦ ਉਹਨਾਂ ਨੇ ਅਜ਼ਾਇਲਮ ਕ੍ਰੀਏਟ ਕਰ ਦਿੱਤੇ। ਔਰ ਜੇ ਇਹ ਬੰਦਾ ਅਜ਼ਾਇਲਮ ਲਈ, ਜਿਵੇਂ ਪੋਲੀਟੀਕਲ ਅਜ਼ਾਇਲਮ ਲਈ ਜਾਊਗਾ, ਮੈਨੂੰ ਨਹੀਂ ਲੱਗਦਾ ਇਹਦੀ ਰਿਕੁਐਸਟ ਜਿਹੜੀ ਆ ਅਲਾਓ ਹੋ ਜੂਗੀ। ਇਹ ਕੀ ਕਰੂਗਾ ਵੀ ਮੈਂ ਕਿਉਂ ਮਰਵਾਇਆ ਉਹਨੂੰ, ਕਿਸ ਰੀਜ਼ਨ ਕਰਕੇ ਮਰਵਾਇਆ, ਇਹ ਤਾਂ ਤੱਥੇ ਨੇ। ਔਰ ਮੈਂ ਇਹ ਗੱਲ ਸੋਚ ਵੀ ਰਿਹਾ, ਔਰ ਮੈਂ ਇਹ ਰਿਕੁਐਸਟ ਵੀ ਕਰ ਰਿਹਾ ਸਟੇਟ ਨੂੰ ਵੀ ਕੋਈ ਕਸਰ ਰਹਿ ਨਾ ਜਾਵੇ ਕਿਸੇ ਐਵੀਡੈਂਸ ਦੇ ਵਿੱਚ, ਜਿਹੜਾ ਕਿ ਉਹਨੂੰ ਸਿੱਧ ਕਰਨ ਵਾਸਤੇ ਕਿ ਵੀ ਇਹਦੀ ਤਾਂ ਬਹੁਤ ਲੋੜ ਹੈ। ਇਹਦੇ ਚ ਤਾਂ ਸਾਡੇ ਜਜ਼ਬਾਤ ਕਿੰਨੇ ਲੋਕਾਂ ਦੇ ਇਹ ਹੈ ਕਿ ਵੀ ਜਿਹੜੇ ਬੰਦੇ ਨੇ ਉੱਥੇ ਬੈਠ ਕੇ ਐਡੇ ਨਾਮੀ ਕਲਾਕਾਰ ਦਾ ਉਹਦਾ ਕਤਲ ਕੀਤਾ, ਤੇ ਐਟਲੀਸਟ ਉਹਨੂੰ ਅਸੀਂ ਪ੍ਰੋਸੀਕਿਊਟ ਤਾਂ ਕਰੀਏ। ਪਰਸੀਕਿਊਟ ਕੀ ਹੈ? ਪਰਸੀਕਿਊਟ ਦਾ ਵਰਡ ਜਿੱਥੇ ਆ ਜਾਂਦਾ ਉੱਥੇ ਉਹਦੇ ਫੇਵਰ ਚ ਚਲ ਜਾਂਦੀ ਹੈ ਗੱਲ। ਪਰਸੀਕਿਊਟ ਹੁੰਦਾ ਵੀ 3rd ਡਿਗਰੀ ਟਾਰਚਰ ਕੀਤਾ, ਜਾਂ ਉਹਨੂੰ ਰੇਸ ਰਿਲੀਜਨ ਕਰਕੇ ਉਹਦੀ ਡਿਸਕ੍ਰਿਮੀਨੇਸ਼ਨ ਹੋਊਗੀ, ਉਹਨੂੰ ਪੁੱਠਾ ਟੰਗਿਆ ਜਾਊਗਾ, ਉਹਨੂੰ ਸਹੂਲਤ ਨਹੀਂ ਦਿੱਤੀ ਜਾਊਗੀ ਜੇਲ੍ਹਾਂ 'ਚ, ਉਹਦੇ ਬੈਨੀਫਿਟ ਲਈ ਹੈ। ਪ੍ਰੋਸੀਕਿਊਸ਼ਨ ਦਾ ਤਾਂ ਵੀ ਅਸੀਂ ਫੇਅਰ ਟ੍ਰਾਇਲ ਕਰਾਂਗੇ, ਐਵੀਡੈਂਸ ਦੇ ਬੇਸ ਤੇ ਕੰਮ ਕਰਾਂਗੇ, ਇਹੀ ਅੰਡਰਟੇਕਿੰਗ ਦੇਣੀ ਹੈ। ਇਸ ਅਕੋਰਡਿੰਗਲੀ ਇਹ ਵੀ ਨਹੀਂ ਵੀ ਜ਼ਿਆਦਾ ਟਾਈਮ ਲੱਗੂਗਾ ਜੇ ਆ ਸਾਰੀਆਂ ਚੀਜ਼ਾਂ, ਸਾਰੇ ਤੱਥ
ਅੱਛੀ ਤਰ੍ਹਾਂ ਉੱਥੇ ਮਤਲਬ ਵਿਦ ਐਵੀਡੈਂਸ ਰੱਖ ਦਿੱਤੇ ਜਾਂਦੇ ਨੇ ਐਂਡ ਬਹੁਤ ਜ਼ਿਆਦਾ ਵੀ ਨਹੀਂ ਵੀ ਵਿੱਚ ਕੋਈ ਡਿਲੇ ਹੋਊਗੀ ਕਿਉਂਕਿ ਗੱਲ ਇੱਕ ਆਮ ਨਾਗਰਿਕ ਦੀ ਡੈਥ ਦੀ ਨਹੀਂ ਹੈ, ਹੋਰ ਡੈਥਾਂ ਵੀ। ਇਹ ਤਾਂ ਇੱਕ ਫੇਮਸ ਬੰਦਾ ਜਿਹਦੇ ਨਾਲ ਬਹੁਤ ਲੋਕਾਂ ਦੇ ਜਜ਼ਬਾਤ ਜੁੜੇ ਸੀ ਐਂਡ ਲੈਟਸ ਹੋਪ ਫਾਰ ਦੀ ਬੈਸਟ ਫਾਰ। ਬਿਲਕੁਲ, ਹੁਣ ਇਹ ਤਾਂ ਗੱਲ ਆ ਗਈ ਕਿ ਆਖਰਕਾਰ ਜੇ ਦੇਖਿਆ ਜਾਵੇ ਬਚਨ ਦੇ ਰਾਹ ਤਾਂ ਬਹੁਤ ਥੋੜੇ ਨੇਗੇ, ਜੇ ਕਹੀਏ ਸਿੰਘ ਸਤਿੰਦਰਜੀਤ ਉਰਫ ਗੋਲਡੀ ਦੇ ਬਰਾੜ ਦੇ ਕੋਲੇ। ਪਰ ਇਹ ਠੀਕ ਹੈ ਕਿ ਸੂਬੇ ਦੀ ਏਜੰਸੀਆਂ ਨੂੰ ਹੈ ਜਿਹੜਾ ਕਿ ਮਿਹਨਤ ਕਰਕੇ ਉਹ ਪਲੰਦਾ ਜਿਹੜਾ ਤਿਆਰ ਕਰਕੇ ਦੇਣਾ ਹੈ, ਆਖਰ ਅਮਰੀਕਾ ਭੇਜਣਾ ਹੈ, ਤਾਂ ਉਹਦੇ ਤੇ ਜ਼ਰੂਰ ਮਿਹਨਤ ਕਰਨੀ ਹੋਊਗੀ ਕਿ ਆਖਰਕਾਰ ਫੈਕਟਸ ਫਿਗਰ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਜੇ। ਕਿਉਂਕਿ ਇੰਨਾ ਤਾਂ ਹੋ ਸਕਦਾ ਵੀ ਗੋਲਡੀ ਬਰਾੜ ਨੂੰ ਲਿਆਉਣ ਤੋਂ ਬਾਅਦ ਉਹਦੇ ਨਾਲ ਜਿਸ ਤਰ੍ਹਾਂ ਦੀ ਆਮ ਤੌਰ ਤੇ ਅਸੀਂ ਦੇਖਦੇ ਆਂਗੇ ਕਿ ਪੁਲਿਸ ਦੀ ਸਖਤਾਈ ਆਉਂਦੀ ਹੈ ਸਾਹਮਣੇ, ਉਹ ਚੀਜ਼ਾਂ ਦੀ ਤੋਂ ਤਾਂ ਬਚ ਸਕਦਾ ਗੋਲਡੀ ਬਰਾੜ ਕੀ ਉੱਥੇ ਇਹ ਗੱਲਾਂ ਦੀ ਸ਼ੋਰਟੀ ਦੇ ਕੇ ਆਉਣੀ ਪਊਗੀ, ਜਿਵੇਂ ਕਿ ਲਾਰੈਂਸ ਨੂੰ ਲਿਆਉਣ ਵੇਲੇ ਇੱਕ ਲੰਬਾ ਚੌੜਾ ਚਿੱਠਾ ਦਿੱਤਾ ਸੀਗਾ ਕਿ ਕਿਵੇਂ ਪ੍ਰੋਟੈਕਟ ਕਰਾਂਗੇ, ਕਿਵੇਂ ਰੱਖਾਂਗੇ, ਕੋਈ ਕਿਸ ਤਰ੍ਹਾਂ ਦੀ ਜਾਨ ਮਾਲ ਦਾ ਖਤਰਾ ਨਹੀਂ ਹੋਊਗਾ। ਇਹ ਸਾਰੀਆਂ ਚੀਜ਼ਾਂ ਤੋਂ ਬਚ ਸਕਦਾ। ਪਰ ਹਾਂ, ਦੇਰ ਸਵੇਰ ਲਿਆਉਣ ਨੂੰ ਲਾ ਕੇ, ਜੇ ਕਹੀਏ ਵਾਪਸ ਲੈ ਕੇ ਆਉਣ ਨੂੰ ਲੈ ਕੇ, ਕਿਸੇ ਵੀ ਤਰ੍ਹਾਂ ਦੀ ਕਸਰ ਹੈ ਜਿਹੜੀ ਉਹ ਪੁਲਿਸ ਨਹੀਂ ਛੱਡੂਗੀ। ਤੇ ਉਮੀਦ ਵੀ ਸਾਰੇ ਇਹ ਕਰ ਰਹੇ ਨੇ ਵੀ ਜਿੰਨਾ ਜਲਦੀ ਆ ਜਾਏ, ਪਰ ਸੌਖਾ ਵੀ ਹੈ ਨਹੀਂ, ਇਹ ਵੀ ਨਾਲ ਨਾਲ ਸਮਝਣ ਦੀ ਲੋੜ ਹੈ, ਜਿਹਦੇ ਕਰਕੇ ਇਹ ਸਾਰੀ ਚਰਚਾ ਅਸੀਂ ਕਰੀਏ ਵਕੀਲ ਸਾਹਿਬ ਦੇ ਨਾਲ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮੀਤ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਚੰਡੀਗੜ੍ਹ।